PR ਹੋਣ ਦੇ ਬਾਵਜੂਦ ਵੀ ਸਾਡੇ ਉੱਪਰ ਕਿਹੜੀਆਂ ਰਿਸਟ੍ਰਿਕਸ਼ਨਸ ਹੋ ਸਕਦੀਆਂ ਨੇ, ਕਿਵੇਂ ਇੱਥੋਂ ਦਾ ਹੋਣ ਦੇ ਬਾਵਜੂਦ ਵੀ ਉਹਦੇ ਉੱਤੇ ਖਤਰਾ ਮੰਡਰਾ ਰਿਹਾ ਹੁੰਦਾ ਕਿ ਉਹਨੂੰ ਕੱਢਿਆ ਜਾ ਸਕਦਾ। ਤੋ ਜੇ ਤੁਸੀਂ ਕ੍ਰਿਮੀਨੈਲਿਟੀ 'ਚ ਇਨਵੋਲਵ ਹੋ ਜਾਂਦੇ ਹੋ ਤਾਂ ਤੁਹਾਡੇ ਪਰਮਨੈਂਟ ਰੈਜ਼ੀਡੈਂਸ ਸਟੇਟਸ ਹੈ ਜਿਹੜਾ ਉਹ ਵਾਪਸ ਲੈ ਲਿਆ ਜਾਂਦਾ, ਤੁਹਾਡੇ ਖਿਲਾਫ ਰਿਮੂਵਲ ਆਰਡਰ ਹੈ ਜਿਹੜਾ ਉਹ ਇਸ਼ੂ ਕਰ ਦਿੱਤਾ ਜਾਂਦਾ ਹੈਗਾ। ਸੈਕਸ਼ਨ 131 ਹੈਗਾ ਉਹ ਬਹੁਤ ਕਲੀਅਰ ਹੈ ਮਾਮਲੇ ਦੇ ਉੱਤੇ ਕਿ ਜੇ ਤੁਸੀਂ ਕੋਈ ਕਲੋਜ਼ ਫੈਮਿਲੀ ਮੈਂਬਰ ਨਾਲ ਤੁਸੀਂ ਅਸਾਲਟ ਕੀਤਾ ਹੈਗਾ, ਬੋਡੀਲੀ ਹਾਰਮ ਕੀਤਾ, ਤਾਂ ਤੁਸੀਂ ਪ੍ਰੋਬੇਸ਼ਨ ਖਤਮ ਹੋਣ ਤੋਂ 5 ਸਾਲ ਬਾਅਦ ਕਿਸੇ ਹੋਰ ਨੂੰ ਸਪਾਂਸਰਸ਼ਿਪ ਕਰਨ ਲਈ ਐਲੀਜੀਬਲ ਹੁੰਦੇ ਹੋ। ਤੁਸੀਂ ਕੋਈ ਇਸ ਤਰ੍ਹਾਂ ਦੇ ਕੇਸਿਸ ਨੂੰ ਡੀਲ ਕੀਤਾ ਹੋਵੇ ਜਿਨ੍ਹਾਂ ਨੂੰ ਬਿਲਕੁਲ ਹੁਕਮ ਹੋ ਗਿਆ ਹੋਵੇ, ਆਰਡਰ ਹੋ ਗਿਆ ਕਿ ਤੁਹਾਨੂੰ ਕੱਢ ਦੇਣਾ, ਤੇ ਉਸ ਕੰਡੀਸ਼ਨ ਤੇ ਜਾ ਕੇ ਵੀ ਫਿਰ ਵੀ ਤੁਸੀਂ ਉਹਨਾਂ ਨੂੰ ਇੱਥੇ ਰੱਖਣ ਦੇ ਵਿੱਚ ਕਾਮਯਾਬ ਰਹੇ ਹੋ। ਜੀ ਦੋਸਤੋ, ਇਸ ਵੇਲੇ ਸਮਾਂ 3:35 ਹਰਜਿੰਦਰ ਗਿੱਲ ਸ਼ੋਅ 1350 AM ਤੇ ਗੁਰਪ੍ਰੀਤ ਖਹਿਰਾ ਹੋਰਾਂ ਦੇ ਨਾਲ ਹੁਣ ਸਾਡੀ ਜਿਹੜੀ ਖਾਸ ਗੱਲਬਾਤ ਹੋਣੀ ਹੈ, ਬੜੀ ਇੰਪੋਰਟੈਂਟ ਵੀ ਹੋਣੀ ਹੈ ਤੇ ਕਾਫੀ ਇੰਟਰਸਟਿੰਗ ਵੀ ਹੋਣੀ ਹੈ, ਕਿਉਂਕਿ ਹਮੇਸ਼ਾ ਕਿਸੇ ਨਾ ਕਿਸੇ ਖਾਸ ਵਿਸ਼ੇ ਦੇ ਉੱਪਰ ਅਸੀਂ ਕੋਸ਼ਿਸ਼ ਕਰੀਦੀ ਗੱਲ ਕਰੀਏ, ਨਾਲ ਦੀ ਨਾਲ ਜਿਹੜੇ ਕੋਈ ਲੇਟੈਸਟ ਅਪਡੇਟਸ ਹੁੰਦੇ ਨੇ ਉਹਨਾਂ ਬਾਰੇ ਗੱਲ ਕਰੀਦੀ ਹੈ। ਪਰ ਅੱਜ ਦੀ ਜਿਹੜੀ ਇਹ ਗੱਲਬਾਤ ਹੈ ਬਹੁਤ ਸਾਰੇ ਸਾਡੇ ਪਰਿਵਾਰਾਂ ਦੇ ਲਈ, ਦੋਸਤਾਂ ਦੇ ਲਈ ਲਾਹੇਵੰਦ ਵੀ ਹੋ ਸਕਦੀ ਹੈ, ਇਨਫੋਰਮੇਟਿਵ ਤਾਂ ਆਫਕੋਰਸ ਹੋਣੀ ਹੈ, ਤੇ ਕਈ ਵਾਰ ਅਸੀਂ ਕੁਛ ਨਾ ਕੁਛ ਵੈਸੇ ਹੀ ਸੋਚੀ ਬੈਠੇ ਹੁੰਦੇ ਹਾਂ ਕਿ ਬਸ ਜੀ ਹੁਣ ਤਾਂ ਕੈਨੇਡਾ 'ਚ ਆ ਗਏ, ਸਾਡੀ PR ਹੋ ਗਈ ਤੇ ਬਸ ਵਾਰੇ ਨਿਆਰੇ ਆ। PR ਹੋਣ ਦੇ ਬਾਵਜੂਦ ਵੀ ਸਾਡੇ ਉੱਪਰ ਕਿਹੜੀਆਂ ਰਿਸਟ੍ਰਿਕਸ਼ਨਸ ਹੋ ਸਕਦੀਆਂ ਨੇ, ਕਿਵੇਂ ਅਸੀਂ ਆਪਣੇ ਆਪ ਨੂੰ ਇੱਥੇ ਇੱਕ ਚੰਗੇ ਸਿਟੀਜ਼ਨ ਦੇ ਤੌਰ 'ਤੇ, ਇੱਕ ਚੰਗੇ ਰੈਜ਼ੀਡੈਂਟਸ ਦੇ ਤੌਰ ਦੇ ਉੱਤੇ ਕੈਰੀ ਕਰਨਾ ਹੈ, ਆਪਣੇ ਆਪ ਨੂੰ ਇੱਥੇ ਲਾਈਫ ਜਿਉਣੀ ਹੈ, ਉਹਦੇ ਬਾਰੇ 'ਚ ਕੁਛ ਪੱਖ ਸਾਂਝੇ ਕਰਨੇ ਅੱਜ ਗੁਰਪ੍ਰੀਤ ਖਹਿਰਾ ਹੋਰਾਂ ਦੇ ਨਾਲ। ਸੋ ਸਮਾਂ ਹੁਣ ਹੋ ਗਿਆ ਜੀ ਗੁਰਪ੍ਰੀਤ ਹੋਰਾਂ ਦੇ ਨਾਲ ਗੱਲ ਕਰਨ ਦਾ। CWC ਇਮੀਗ੍ਰੇਸ਼ਨ ਦੇ ਸਹਿਯੋਗ ਦੇ ਨਾਲ ਸਾਡਾ ਇਹ ਖਾਸ ਸੈਗਮੈਂਟ ਅਸੀਂ ਤੁਹਾਡੇ ਤੱਕ ਪਹੁੰਚਦਾ ਕਰਦੇ ਹਾਂ, ਜਿਹਦੇ ਵਿੱਚ ਵੈਲਕਮ ਟੂ ਕੈਨੇਡਾ ਸਾਡਾ ਇਹ ਸੈਗਮੈਂਟ ਦਾ ਨਾਮ ਹੁੰਦਾ। ਅਤੇ ਇਹ ਵੈਲਕਮ ਟੂ ਕੈਨੇਡਾ ਸੈਗਮੈਂਟ ਦੇ ਵਿੱਚ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਹਰ ਉਹ ਪੱਖ, ਹਰ ਉਹ ਅਪਡੇਟਸ ਤੁਹਾਡੇ ਤੱਕ ਪਹੁੰਚਦੇ ਕਰੀਏ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਥੇ ਪਹੁੰਚੇ ਹੋਏ ਲੋਕਾਂ ਦੇ ਲਈ, ਪਰਿਵਾਰਾਂ ਦੇ ਲਈ, ਜਾਂ ਇੱਥੇ ਜਿਨ੍ਹਾਂ ਨੇ ਅਜੇ ਆਉਣਾ ਹੈ ਉਹਨਾਂ ਦੇ ਲਈ ਕੋਈ ਨਾ ਕੋਈ ਇਨਫੋਰਮੇਸ਼ਨ ਪਹੁੰਚਦੀ ਕਰੇ। ਗੁਰਪ੍ਰੀਤ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਹਰਜਿੰਦਰ, ਅਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਇੱਥੋਂ ਹੀ ਸ਼ੁਰੂ ਕਰੀਏ ਪਹਿਲਾਂ ਤਾਂ ਕਿ ਜਿਵੇਂ ਮੈਂ ਗੱਲ ਕੀਤੀ ਕਿ ਕੈਨੇਡਾ 'ਚ ਆ ਗਏ ਹਾਂ, ਅਤੇ ਕਈ ਵਾਰ ਬੰਦਾ ਸੋਚਦਾ ਕਿ ਬਸ ਜੀ ਹੁਣ ਤਾਂ ਫੋਰ ਗਰੰਟਡ ਹੀ ਹੈ, ਕੋਈ ਚੱਕਰ ਨਹੀਂ, ਹੁਣ ਤਾਂ ਬਸ ਇੱਥੋਂ ਦੇ ਹੀ ਰਵਾਂਗੇ, ਚਾਹੇ ਸਾਡਾ ਸਟੇਟਸ ਕੋਈ ਵੀ ਹੈ, PR ਹੈ ਜਾਂ ਸਿਟੀਜ਼ਨ ਹੈ ਜਾਂ ਕੋਈ ਰੈਫਿਊਜੀ ਸਟੇਟਸ 'ਤੇ ਹੈ ਜਾਂ ਕੋਈ ਵਰਕ ਪਰਮਿਟ 'ਤੇ ਹੈ। ਕਈ ਵਾਰ ਅਸੀਂ ਵਿਜ਼ਿਟਰ ਵੀ ਆਏ ਹੁੰਦੇ ਤਾਂ ਉਦੋਂ ਵੀ ਇਹੀ ਸੋਚ ਲੈਂਦੇ ਕਿ ਬਸ ਜੀ ਹੁਣ ਨਹੀਂ ਮੁੜਦੇ। ਦੱਸੋ ਥੋੜ੍ਹਾ ਜਿਹਾ ਪਹਿਲਾਂ ਇਹ ਟੈਕਨੀਕੈਲਿਟੀਜ਼ ਕੀ ਨੇ ਕੈਨੇਡਾ 'ਚ, ਜਿਹੜੇ ਬੰਦੇ ਨੇ ਇੱਕ ਵਾਰੀ ਪੈਰ ਰੱਖ ਲਿਆ, ਕਿਵੇਂ ਉਹ ਇੱਥੋਂ ਦਾ ਹੋ ਸਕਦਾ ਅਤੇ ਕਿਵੇਂ ਇੱਥੋਂ ਦਾ ਹੋਣ ਦੇ ਬਾਵਜੂਦ ਵੀ ਉਹਦੇ ਉੱਤੇ ਖਤਰਾ ਮੰਡਰਾ ਰਿਹਾ ਹੁੰਦਾ ਕਿ ਉਹਨੂੰ ਕੱਢਿਆ ਜਾ ਸਕਦਾ। ਜਿਹੜੇ ਨਾਨ ਸਿਟੀਜ਼ਨ ਹੈਗੇ ਆ ਹਰਜਿੰਦਰ, ਉਹਨਾਂ 'ਤੇ ਆਲਵੇਜ਼ ਇਹ ਖਤਰਾ ਹੈ ਜਿਹੜਾ ਉਹ ਰਹਿੰਦਾ ਹੈਗਾ ਜੀ। ਜਿਹੜੇ ਨਾਨ ਸਿਟੀਜ਼ਨ ਹੈ, ਜਿਵੇਂ ਥੋੜ੍ਹਾ ਡਿਫਾਈਨ ਕਰੋ। ਹਾਂਜੀ, ਪਰਮਾਨੈਂਟ ਰੈਜ਼ੀਡੈਂਟ ਹੋ ਗਿਆ ਕੋਈ, ਜਿਹੜਾ ਕੋਈ ਫੋਰਨ ਨੈਸ਼ਨਲ ਹੈ ਜਿਹਦਾ ਕੈਨੇਡੀਅਨ ਪਾਸਪੋਰਟ ਨਹੀਂ ਹੈਗਾ ਜਿਹਦੇ ਕੋਲ। ਓਕੇ, ਸੋ ਸਿਟੀਜ਼ਨਸ਼ਿਪ ਨਹੀਂ ਹੈਗੀ ਹੈ। ਸੋ ਨਾਨ ਸਿਟੀਜ਼ਨ ਦਾ ਮਤਲਬ ਉਹ ਪਰਮਾਨੈਂਟ ਰੈਜ਼ੀਡੈਂਟ ਹੈ, ਉਹ ਵਰਕਰ ਹੈ, ਉਹ ਵਿਜ਼ਿਟਰ ਹੈ, ਉਹ ਸਟੂਡੈਂਟ ਹੈ, ਇਹ ਸਾਰੇ ਨਾਨ ਸਿਟੀਜ਼ਨ ਨੇ। ਅਤੇ ਜਿਹੜਾ ਜੇ ਆਪਾਂ ਪਰਟੀਕੂਲਰਲੀ ਪਰਮਾਨੈਂਟ ਰੈਜ਼ੀਡੈਂਟ ਦੀ ਗੱਲ ਕਰੀਏ, PR ਦੀ ਗੱਲ ਕਰੀਏ, ਤਾਂ ਉਹਦੇ 'ਤੇ ਸਰਟਨ ਆਬਲੀਗੇਸ਼ਨ ਹੈਗੀਆਂ ਨੇ। ਇੱਕ ਆਬਲੀਗੇਸ਼ਨ ਨੂੰ ਤਾਂ ਬਹੁਤ ਲੋਕ ਚੰਗੀ ਤਰ੍ਹਾਂ ਜਾਣਦੇ ਆ ਕਿ 730 ਦਿਨ 50 ਸਾਲਾਂ ਦੇ ਵਿੱਚ ਉਹਨਾਂ ਨੇ ਰਹਿਣਾ ਹੈਗਾ, ਹਾਂਜੀ, ਤਾਂ ਹੀ ਉਹਨਾਂ ਨੂੰ ਉਹ ਰੈਜ਼ੀਡੈਂਸੀ ਆਬਲੀਗੇਸ਼ਨ ਪੂਰੀ ਹੋਊਗੀ। ਦੂਜੀ ਆਬਲੀਗੇਸ਼ਨ ਉਹਨਾਂ ਦੀ ਹੈਗੀ ਹੈ ਟੂ ਰਿਮੇਨ ਇਨ ਗੁੱਡ ਕੰਡਕਟ, ਮਤਲਬ ਕਿ ਚੰਗੇ ਸ਼ਹਿਰੀ ਬਣ ਕੇ ਰਹਿਣਾ ਹੈਗਾ। ਇਹ ਦੂਜੀ ਆਬਲੀਗੇਸ਼ਨ ਹੈ ਪਰਮਾਨੈਂਟ ਰੈਜ਼ੀਡੈਂਟ ਦੀ। ਕਹਿਣ ਦਾ ਮਤਲਬ ਹੈ ਕਿਸੇ ਕ੍ਰਿਮੀਨਲ ਐਕਟੀਵਿਟੀ 'ਚ ਇਨਵੋਲਵ ਨਹੀਂ ਹੋਣਾ। ਓਕੇ, ਸੋ ਜੇ ਤੁਸੀਂ ਕ੍ਰਿਮੀਨੈਲਿਟੀ 'ਚ ਇਨਵੋਲਵ ਹੋ ਜਾਂਦੇ ਹੋ ਤਾਂ ਤੁਹਾਡੇ ਪਰਮਾਨੈਂਟ ਰੈਜ਼ੀਡੈਂਸ ਸਟੇਟਸ ਹੈ ਜਿਹੜਾ ਉਹ ਵਾਪਸ ਲੈ ਲਿਆ ਜਾਂਦਾ, ਤੁਹਾਡੇ ਖਿਲਾਫ ਰਿਮੂਵਲ ਆਰਡਰ ਹੈ ਜਿਹੜਾ ਉਹ ਇਸ਼ੂ ਕਰ ਦਿੱਤਾ ਜਾਂਦਾ ਹੈਗਾ। ਅੱਛਾ, ਸੋ ਇਹ ਨਹੀਂ ਹੈਗਾ ਕਿ ਜੇ ਤੁਸੀਂ ਇੱਕ ਵਾਰੀ PR ਹੋ ਗਏ ਅਤੇ ਤੁਸੀਂ ਸਦਾ ਹੀ ਇੱਥੇ ਰਹਿਣਾ। ਤੁਸੀਂ ਜੇ ਆਪਦੀ ਆਬਲੀਗੇਸ਼ਨਸ ਪੂਰੀਆਂ ਨਹੀਂ ਕੀਤੀਆਂ ਤਾਂ ਤੁਹਾਨੂੰ ਰਿਮੂਵ ਕੀਤਾ ਜਾ ਸਕਦਾ ਹੈਗਾ। ਸਿਮਿਲਰਲੀ ਜਿਹੜੇ ਸਟੂਡੈਂਟ ਨੇ, ਵਰਕਰ ਨੇ ਜਾਂ ਵਿਜ਼ਿਟਰ ਹੈਗੇ ਨੇ, ਉਹਨਾਂ ਦੇ ਉੱਤੇ ਵੀ ਇਹ ਆਬਲੀਗੇਸ਼ਨ ਹੈ ਕਿ ਉਹ ਕਿਸੇ ਵੀ ਕ੍ਰਿਮੀਨਲ ਐਕਟੀਵਿਟੀ 'ਚ ਇਨਵੋਲਵ ਨਾ ਹੋਣ ਜੀ। ਹੁਣ ਜੇ ਆਪਾਂ ਪਰਟੀਕੂਲਰਲੀ ਜੇ ਮੈਂ ਪਰਮਾਨੈਂਟ ਰੈਜ਼ੀਡੈਂਸ ਦੀ ਗੱਲ ਕਰਾਂ ਤਾਂ ਉਹਨਾਂ ਦੇ ਉੱਤੇ ਇਹ ਗੁੱਡ ਕੰਡਕਟ ਦਾ ਜਿਹੜਾ ਆਬਲੀਗੇਸ਼ਨ ਹੈ ਕ੍ਰਿਮੀਨੈਲਿਟੀ ਦਾ ਹੈਗਾ, ਉਹ ਕ੍ਰਿਮੀਨੈਲਿਟੀ ਸੀਰੀਅਸ ਕ੍ਰਿਮੀਨੈਲਿਟੀ ਹੋਣਾ ਚਾਹੀਦਾ ਹੈਗਾ। ਅੱਛਾ, ਸਾਲ 2018 ਦਸੰਬਰ ਦੇ ਵਿੱਚੋਂ ਜਿਹੜਾ ਸ਼ਰਾਬ ਪੀ ਕੇ ਗੱਡੀ ਚਲਾਉਣਾ ਹੈਗਾ, DUI ਹੈਗਾ, ਡਰਾਈਵਿੰਗ ਅੰਡਰ ਇਨਫਲੂਐਂਸ, ਉਹ ਕਾਨੂੰਨ 'ਚ ਤਬਦੀਲੀ ਕੀਤੀ ਗਈ। ਉਹ ਇਸ ਲਈ ਤਬਦੀਲੀ ਕੀਤੀ ਗਈ, ਤੁਹਾਨੂੰ ਉਦੋਂ ਯਾਦ ਹੋਣਾ, ਉਦੋਂ ਮੈਰੀਜੁਆਨਾ ਨੂੰ ਲੀਗਲਾਈਜ਼ ਕੀਤਾ ਗਿਆ ਸੀ ਦਸੰਬਰ 18 ਦੇ ਵਿੱਚੋਂ।
ਠੀਕ ਹੈ। ਤੇ ਉਸੇ ਸਮੇਂ ਇਹ ਬਹੁਤ ਗੱਲ ਉੱਠੀ ਸੀਗੀ ਕਿ ਜੇ ਲੋਕ ਮੈਰੋਆਨਾ ਦਾ ਸੇਵਨ ਕਰਕੇ ਕਾਰਾਂ 'ਚ ਗੱਡੀਆਂ ਚਲਾਉਣਗੇ ਤਾਂ ਉਹਨਾਂ ਨਾਲ ਬਹੁਤ ਲੋਕਾਂ ਦਾ ਨੁਕਸਾਨ ਹੋ ਸਕਦਾ, ਜਾਨੀ ਮਾਲੀ ਨੁਕਸਾਨ ਹੋ ਸਕਦਾ। ਸੋ ਕਾਨੂੰਨ ਡੈਟਰੈਂਸ ਤੇ ਕੰਮ ਕਰਦਾ ਹੈਗਾ। ਉਸ ਡੈਟਰੈਂਸ ਲਈ ਇਸ ਕਾਨੂੰਨ ਨੂੰ ਹੋਰ ਸਖਤ ਬਣਾਇਆ ਗਿਆ। ਸੋ ਜਿਹੜੇ ਸੀਰੀਅਸ ਕ੍ਰਿਮੀਨੈਲਿਟੀ ਹੈ ਉਹਨਾਂ ਦੇ ਵਿੱਚੋਂ ਤੁਹਾਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਪਹਿਲਾਂ ਸ਼ਰਾਬ ਪੀ ਕੇ ਗੱਡੀ ਚਲਾਉਣ 'ਚ 10 ਸਾਲ ਤੱਕ ਦੀ ਸਜ਼ਾ ਨਹੀਂ ਹੁੰਦੀ ਸੀਗੀ, ਸੋ 10 ਸਾਲ ਦੀ ਸਖਤ ਸਜ਼ਾ ਹੋ ਜਾਂਦੀ ਹੈ। ਉਸ ਤੋਂ ਪਹਿਲਾਂ ਜੇ ਕੋਈ ਪਰਮਾਨੈਂਟ ਰੈਜ਼ੀਡੈਂਟ ਹੈ ਜਿਹੜਾ ਉਹ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਫੜਿਆ ਜਾਂਦਾ ਸੀ ਤਾਂ ਉਹਦੇ ਰਿਮੂਵਲ ਪ੍ਰੋਸੀਡਿੰਗ ਨਹੀਂ ਹੁੰਦੀਆਂ ਸੀ, ਕਿਉਂਕਿ ਉਹਨੂੰ ਸੀਰੀਅਸ ਕ੍ਰਿਮੀਨੈਲਿਟੀ 'ਚ ਨਹੀਂ ਗਿਣਿਆ ਜਾਂਦਾ ਸੀ, ਸਿਰਫ ਕ੍ਰਿਮੀਨੈਲਿਟੀ 'ਚ ਗਿਣਿਆ ਜਾਂਦਾ ਸੀਗਾ। ਤੇ ਜਿਹੜਾ ਸੈਕਸ਼ਨ 36 ਹੈਗਾ ਇਮੀਗ੍ਰੇਸ਼ਨ ਰੈਫਿਊਜੀ ਪ੍ਰੋਟੈਕਸ਼ਨ ਐਕਟ ਦਾ, ਉਹ ਸੀਰੀਅਸ ਕ੍ਰਿਮੀਨੈਲਿਟੀ ਦੀ ਗੱਲ ਕਰਦਾ। ਤੇ ਇੱਥੇ 2 ਵਰਡ ਨੇ, ਇੱਕ ਸਮਰੀ ਓਫੈਂਸ, ਇੱਕ ਇੰਡਾਈਟਮੈਂਟ ਹੈਗਾ। ਤਾਂ ਉਹਦਾ ਮਤਲਬ ਹੈ ਕਿ ਇੱਕ ਤਾਂ ਕਿਹਾ ਵੀ ਇਹਨੂੰ ਘੱਟ ਤੋਂ ਘੱਟ ਸਜ਼ਾ ਦੇ ਦਿਓ ਜੀ। ਜੇ ਇਹਨੂੰ ਘੱਟ ਤੋਂ ਘੱਟ ਸਜ਼ਾ ਹੋਗੀ ਤਾਂ ਬੰਦੇ ਦੀ ਮੰਨ ਲਓ ਰੀਹੈਬਿਲਿਟੇਟ ਕਰ ਸਕਦਾ। ਦੂਜਾ ਇੰਡਾਈਟਮੈਂਟ ਹੈ ਕਿ ਇਹਨੂੰ ਮੈਕਸਿਮਮ ਸਜ਼ਾ ਦਿਓ। ਇਮੀਗ੍ਰੇਸ਼ਨ ਕਾਨੂੰਨ ਫੋਰਨ ਨੈਸ਼ਨਲਸ ਲਈ ਇਸ ਤਰ੍ਹਾਂ ਲਿਖਿਆ ਗਿਆ ਹੈ ਕਿ ਉਹਨੂੰ ਇੰਡਾਈਟਮੈਂਟ ਹੀ ਮੰਨਿਆ ਜਾਂਦਾ, ਮਤਲਬ ਕਿ ਉਹਨੂੰ ਮੈਕਸਿਮਮ ਪੈਨਲਟੀ ਦੀ ਹੀ ਮੰਨਿਆ ਜਾਂਦਾ। ਚਾਹੇ ਤੁਹਾਨੂੰ $200 ਦਾ ਫਾਈਨ ਹੋ ਗਿਆ ਤਾਂ ਵੀ ਉਹਨੂੰ 10 ਸਾਲ ਦੀ ਸਜ਼ਾ ਦੇ ਬਰਾਬਰ ਮੰਨਿਆ ਜਾਊਗਾ ਇਮੀਗ੍ਰੇਸ਼ਨ ਕਾਨੂੰਨ ਦੇ ਵਿੱਚੋਂ। ਹੁਣ ਜਿਹੜੀ ਚੀਜ਼ ਕਰਕੇ ਤੁਹਾਨੂੰ 10 ਸਾਲ ਦੀ ਸਜ਼ਾ ਹੋ ਸਕਦੀ ਹੈ, ਜਦੋਂ ਹੀ ਉਹ ਸਜ਼ਾ ਪੂਰੀ ਹੁੰਦੀ ਹੈ, ਚਾਹੇ ਉਹ ਤੁਹਾਡਾ ਪ੍ਰੋਬੇਸ਼ਨ ਸੀ, ਚਾਹੇ ਡਰਾਈਵਿੰਗ ਸਸਪੈਂਸ਼ਨ ਸੀ, ਚਾਹੇ ਫਾਈਨ ਸੀ, ਕਿਸੇ ਕਿਸਮ ਦੀ ਵੀ ਹੋਵੇ, ਉਹ ਤੋਂ ਬਾਅਦ ਨਾਲ ਦੀ ਨਾਲ ਜਿਹੜਾ ਤੁਹਾਡਾ ਮਾਮਲਾ ਹੈ ਉਹ ਇਮੀਗ੍ਰੇਸ਼ਨ CBSA ਨੂੰ, ਕੈਨੇਡਾ ਬਾਰਡਰ ਸਰਵਿਸਿਜ਼ ਨੂੰ ਦੇ ਦਿੰਦਾ ਹੈਗਾ। ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਉਸ ਵੇਲੇ ਤੁਹਾਨੂੰ ਇੱਕ ਪ੍ਰੋਸੀਜਰਲ ਫੇਅਰਨੈਸ ਲੈਟਰ ਇਸ਼ੂ ਕਰਦੀ ਹੈ। ਉਹਦਾ ਮਤਲਬ ਹੈਗਾ ਕਿ ਭਾਈ ਆ ਤੈਨੂੰ ਇਹ ਸਜ਼ਾ ਹੋਈ ਹੈ, ਇਸ ਕਰਕੇ ਤੂੰ ਇਨਐਡਮਿਸਿਬਲ ਨਾ ਦਾਖਲਾ ਯੋਗ ਹੈਗਾ ਕੈਨੇਡਾ 'ਚੋਂ ਸੈਕਸ਼ਨ 36 ਕਰਕੇ, ਕਿਉਂਕਿ ਤੈਨੂੰ ਆ ਜੁਰਮ ਕਰਕੇ, ਸੀਰੀਅਸ ਕ੍ਰਿਮੀਨੈਲਿਟੀ ਕਰਕੇ ਸਜ਼ਾ ਹੋਈ ਹੈ। ਤੇ ਹੁਣ ਤੂੰ ਆਪਣਾ ਪੱਖ ਦੱਸ ਵੀ ਤੈਨੂੰ ਦੇਸ਼ 'ਚੋਂ ਕਿਉਂ ਨਾ ਕੱਢਿਆ ਜਾਵੇ। ਸੋ ਇਹ ਸਭ ਤੋਂ ਵਧੀਆ ਮੌਕਾ ਹੈਗਾ ਜਿੱਥੇ ਤੁਸੀਂ ਆਪਦਾ ਪੱਖ ਐਕਸਪਲੇਨ ਕਰ ਸਕਦੇ ਹੋ। ਉਹਦੇ ਵਿੱਚ ਬਹੁਤ ਸਾਰੇ ਫੈਕਟਰਸ ਦੇਖੇ ਜਾਂਦੇ ਨੇ। ਸੁਪਰੀਮ ਕੋਰਟ ਆਫ ਕੈਨੇਡਾ ਨੇ ਰਿਬਿਕ ਕੇਸ ਦੇ ਵਿੱਚੋਂ ਕੁਝ ਗਾਈਡਲਾਈਨਸ ਲੈ ਕੀਤੀਆਂ ਹੈਗੀਆਂ ਨੇ। ਸਭ ਤੋਂ ਪਹਿਲੀ ਗਾਈਡਲਾਈਨ ਹੈਗੀ ਸੀਰੀਅਸਨੈਸ ਆਫ ਦ ਓਫੈਂਸ, ਕਿ ਜਿਹੜਾ ਜੁਰਮ ਕੀਤਾ ਹੈ ਉਹਦੀ ਸੀਰੀਅਸਨੈਸ ਕੀ ਹੈਗੀ ਹੈ। ਦੂਜਾ, ਕੀ ਤੁਹਾਨੂੰ ਰਿਮੋਰਸ ਹੈਗਾ, ਪਛਤਾਵਾ ਹੈਗਾ ਉਹ ਜੁਰਮ ਕਰੇ ਦਾ। ਜੇ ਤੁਹਾਨੂੰ ਪਛਤਾਵਾ ਤਾਂ ਮਤਲਬ ਤੁਸੀਂ ਰੀਹੈਬਿਲਿਟੇਟ ਹੋ ਗਏ, ਸੁਧਾਰ ਹੋ ਗਿਆ। ਫਿਰ ਤੁਸੀਂ ਰੀਹੈਬਿਲਿਟੇਸ਼ਨ ਲਈ ਕੀ ਐਫਰਟ ਕੀਤੇ ਨੇ? ਤੁਸੀਂ ਸ਼ਰਾਬ ਪੀਣੀ ਨਾ ਛੱਡਿਆ, ਤੁਸੀਂ ਕੋਈ ਕੋਰਸ ਅਟੈਂਡ ਕਰੇ, ਜੇ ਕੋਈ ਲੜਾਈ ਝਗੜਾ ਹੋਇਆ ਸੀ ਤੁਸੀਂ ਉਹਦੇ ਲਈ ਕੋਈ ਮੈਂਟਲ ਹੈਲਥ ਵਾਲੇ ਕੋਰਸ ਅਟੈਂਡ ਕਰੇ, ਉਹ ਤੋਂ ਪਤਾ ਲੱਗਿਆ ਰੀਹੈਬਿਲਿਟੇਟ ਹੋਇਆ ਬੰਦਾ। ਫਿਰ ਹਾਰਡਸ਼ਿਪ ਕੀ ਹੈਗਾ ਤੁਹਾਨੂੰ, ਜੇ ਤੁਹਾਨੂੰ ਰਿਮੂਵ ਕਰ ਦਿੱਤਾ ਜਾਂਦਾ ਤੁਹਾਨੂੰ ਕੀ ਤਕਲੀਫ ਆਊਗੀ, ਤੁਹਾਡੇ ਪਰਿਵਾਰ ਨੂੰ ਕੀ ਤਕਲੀਫ ਆਊ, ਜੇ ਤੁਹਾਡੇ ਕੋਈ ਬੱਚੇ ਹੈਗੇ ਉਹਨਾਂ ਨੂੰ ਕੀ ਤਕਲੀਫ ਆਊਗੀ, ਜਿਹੜੇ ਮੁਲਕ 'ਚ ਜਾਣਾ ਉੱਥੇ ਤੁਹਾਡਾ ਉਹ ਮੁਲਕ 'ਚ ਕੀ ਇਸਟੈਬਲਿਸ਼ਮੈਂਟ ਹੈ, ਆਹ ਮੁਲਕ 'ਚ ਕੀ ਇਸਟੈਬਲਿਸ਼ਮੈਂਟ ਹੈ। ਇਹ ਸਾਰੇ ਫੈਕਟਰਸ ਨੂੰ ਤੁਸੀਂ ਐਕਸਪਲੇਨ ਕਰਨਾ ਹੈਗਾ ਉਹ ਚਿੱਠੀ ਦੇ ਵਿੱਚੋਂ। ਸੋ ਇਹ ਮੌਕਾ ਦਿੱਤਾ ਜਾਂਦਾ ਪੂਰਾ। ਹਾਂਜੀ, ਇਹ ਪੂਰਾ ਮੌਕਾ ਦਿੱਤਾ ਜਾਂਦਾ ਕਿਉਂਕਿ ਪ੍ਰੋਸੀਜਰਲੀ ਫੇਅਰ ਹੋਣ ਲਈ ਦੂਜੇ ਪਾਰਟੀ ਦਾ ਪੱਖ ਸੁਣਨਾ ਅਤਿਅੰਤ ਜ਼ਰੂਰੀ ਹੈ। ਉੱਥੇ ਇੱਕ ਆਫਿਸਰ ਹੈ ਜਿਹੜਾ ਡਿਸਾਈਡ ਕਰਦਾ ਹੈ ਕਿ ਤੁਹਾਡੇ ਖਿਲਾਫ ਰਿਪੋਰਟ ਲਿਖਿਆ ਜਾਵੇ ਜਾਂ ਤੁਹਾਨੂੰ ਸਟਰਨ ਵਾਰਨਿੰਗ ਨਾਲ ਛੱਡ ਦਿੱਤਾ ਜਾਵੇ ਕਿ ਭਾਈ ਜੇ ਤੂੰ ਗਾਹਾਂ ਨੂੰ ਜੁਰਮ ਕਰਿਆ ਫਿਰ ਤੈਨੂੰ ਕੱਢ ਦਾਂਗੇ, ਐਤਕੀ ਤੈਨੂੰ ਜਿਹੜਾ ਹੈ ਉਹ ਵਾਰਨਿੰਗ ਦੇ ਕੇ ਅਸੀਂ ਛੱਡਦੇ ਹੈਗੇ ਹਾਂ। ਜਾਂ ਦੂਜਾ ਹੈਗਾ ਕਿ ਉਹਦੇ ਖਿਲਾਫ ਜਿਹੜਾ ਹੈਗਾ ਰਿਪੋਰਟ ਲਿਖ ਦਿੱਤੀ ਜਾਵੇ। ਉਹ ਰਿਪੋਰਟ ਹੈ ਜਦੋਂ ਲਿਖ ਦਿੱਤੀ ਜਾਂਦੀ ਹੈ ਦੇਸ਼ ਨਿਕਾਲੇ ਦੀ, ਤਾਂ ਉਹਦਾ ਫੈਸਲਾ ਤਾਂ ਕੋਰਟ 'ਚ ਹੋਣਾ ਜੀ। ਫਿਰ ਉੱਥੇ ਉਹ ਜਿਹੜਾ ਮਾਮਲਾ ਉਹ ਇਮੀਗ੍ਰੇਸ਼ਨ ਡਿਵੀਜ਼ਨ ਦੇ ਵਿੱਚ ਚਲਿਆ ਜਾਂਦਾ, ID ਜਿਹਨੂੰ ਆਖਿਆ ਜਾਂਦਾ ਇਮੀਗ੍ਰੇਸ਼ਨ ਡਿਵੀਜ਼ਨ। ਇਹ ਕੋਰਟ ਦੇ ਵਿੱਚ ਉਹ ਜੱਜ ਦੀ ਜਿਹੜੀ ਜੁਰਿਸਡਿਕਸ਼ਨ ਹੈ ਉਹ ਬਹੁਤ ਨੈਰੋ ਹੈਗੀ ਹੈ। ਨੈਰੋ ਦਾ ਮਤਲਬ ਹੈ ਉਹ ਸਿਰਫ ਇਹ ਦੇਖ ਸਕਦਾ ਰਿਪੋਰਟ ਸਹੀ ਹੈ ਜਾਂ ਰਿਪੋਰਟ ਗਲਤ ਹੈ। ਆਫਕੋਰਸ ਰਿਪੋਰਟ ਸਹੀ ਹੈ ਕਿਉਂਕਿ ਜੇ ਤੁਹਾਨੂੰ ਸਜ਼ਾ ਹੋਈ ਹੈ ਉਹ ਤੁਹਾਨੂੰ ਰਿਮੂਵਲ ਆਰਡਰ ਇਸ਼ੂ ਕਰ ਦਿੰਦਾ। ਹੁਣ ਰਿਮੂਵਲ ਆਰਡਰ ਇਸ਼ੂ ਹੋ ਗਿਆ ਕਿਉਂਕਿ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਆਫ ਕੈਨੇਡਾ, ਤੁਸੀਂ ਉਸ ਰਿਮੂਵਲ ਆਰਡਰ ਨੂੰ ਉਸੇ ਕੋਰਟ 'ਚ ਉਸੇ ਦਿਨ ਸਟੇ ਕਰ ਸਕਦੇ ਹੋ। ਤੁਸੀਂ ਅਪੀਲ ਦਾਖਲ ਕਰਤੀ, ਉਹ ਸਟੇ ਹੋ ਗਿਆ। ਉਹ ਤੋਂ ਬਾਅਦ ਇਹ ਮਾਮਲਾ ਚਲਾ ਜਾਂਦਾ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦੇ ਵਿੱਚੋਂ। ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦਾ ਜੁਰਿਸਡਿਕਸ਼ਨ ਥੋੜ੍ਹਾ ਜਿਹਾ ਵੱਡਾ। ਉੱਥੇ ਇਕੱਲਾ ਉਹ ਇਹ ਨਹੀਂ ਦੇਖ ਸਕਦਾ ਜੱਜ ਕਿ ਰਿਪੋਰਟ ਸਹੀ ਹੈ ਗਲਤ ਹੈ, ਉਹ ਨਾਲ ਇਹ ਵੀ ਦੇਖਦਾ ਹੈ ਕਿ ਹਿਊਮੈਨਿਟੇਰੀਅਨ ਕੰਪੈਸ਼ਨੇਟ ਗਰਾਊਂਡ ਕੀ ਹੈਗੇ ਨੇ, ਇਹ ਬੰਦੇ ਨੂੰ ਕੱਢਤਾ ਤੇ ਬਾਕੀ ਤਕਲੀਫਾਂ ਆਉਣਗੀਆਂ ਕਿ ਨਹੀਂ ਆਉਣਗੀਆਂ। ਉੱਥੇ ਉਹ ਤੋਂ ਅੱਗੇ ਜਾ ਕੇ ਜੱਜ ਕੋਲੇ 2 ਆਪਸ਼ਨਸ ਹੈਗੀਆਂ ਨੇ। ਇੱਕ ਤਾਂ ਉਹ ਆਊਟਰਾਈਟ ਤੁਹਾਡੇ ਅਪੀਲ ਨੂੰ ਅਲਾਓ ਕਰਦੇ ਜਾਂ ਉਹਨੂੰ ਰਿਫਿਊਜ਼ ਕਰਦੇ। ਜੇ ਅਲਾਓ ਕਰਤਾ ਤਾਂ ਤੁਸੀਂ ਫੇਵਰੇਬਲ ਡਿਸੀਜਨ ਹੈ, ਮੌਜ ਕਰੋ। ਜੇ ਰਿਮੂਵ ਕਰਤਾ ਤਾਂ ਫਿਰ ਤੁਹਾਡਾ ਪਰਮਾਨੈਂਟ ਰੈਜ਼ੀਡੈਂਸ ਖਤਮ ਤੇ ਤੁਹਾਨੂੰ ਦੇਸ਼ 'ਚੋਂ ਕੱਢਿਆ ਜਾਊਗਾ। ਦੂਜੀ ਆਪਸ਼ਨ ਹੈਗੀ ਹੈ ਸਟੇ ਤੁਹਾਡੇ ਤੇ ਲਾ ਦਿੱਤਾ ਜਾਵੇ ਵਿਦ ਕੰਡੀਸ਼ਨਸ। ਉਹਦਾ ਮਤਲਬ ਹੈ ਕਿ 2 ਸਾਲ ਹੀ ਆਖਿਆ ਜਾਵੇ ਤੂੰ ਚੰਗਾ ਸ਼ਹਿਰੀ ਬਣ ਕੇ ਰਹੇਗਾ, ਤੂੰ ਕ੍ਰਾਈਮ 'ਚ ਨਹੀਂ ਇਨਵੋਲਵ ਹੋਏਗਾ, ਤੂੰ ਨੌਕਰੀ ਕਰਦਾ ਰਹੇਗਾ, ਹਰ 6 ਮਹੀਨੇ ਬਾਅਦ CBSA ਨੂੰ ਰਿਪੋਰਟ ਕਰੇਗਾ। 2 ਸਾਲ ਦੇਖਿਆ, 2 ਸਾਲ ਦੇਖਣ ਤੋਂ ਬਾਅਦ ਜੇ ਬੰਦੇ ਨੇ ਕੋਈ ਜੁਰਮ ਨਹੀਂ ਕਰਿਆ ਉਹ ਤੋਂ ਬਾਅਦ ਫਿਰ ਦੁਬਾਰੇ ਹੀਅਰਿੰਗ ਕਰਕੇ ਉਹਨੂੰ ਪ੍ਰੋਸੀਡ ਕਰ ਦਿੱਤਾ ਜਾਵੇ। ਸੋ ਇਹ ਮਾਮਲਾ ਜੇ ਤੁਹਾਨੂੰ ਅੱਜ ਸਜ਼ਾ ਹੋਈ ਹੈ ਤਾਂ ਮੰਨ ਲਓ ਤੁਹਾਨੂੰ 2 ਸਾਲ ਦੀ ਪ੍ਰੋਬੇਸ਼ਨ ਹੋ ਗਈ, ਪਹਿਲਾਂ ਤਾਂ ਉਹ 2 ਸਾਲ ਗੁਜ਼ਰਨਗੇ,
ਫਿਰ ਤੁਹਾਡੇ ਖਿਲਾਫ ਰਿਪੋਰਟ ਲਿਖੀ ਜਾਊਗੀ। ਸੋ ਕਰਦੇ ਕਰਾਉਂਦੇ ਨੂੰ 8 ਤੋਂ 10 ਸਾਲ ਦਾ ਸਮਾਂ ਜਿਹੜਾ ਉਹ ਗੁਜ਼ਰ ਜੂਗਾ ਇਹ ਸਾਰਾ ਕੁਝ ਹੁੰਦੇ ਕਰਦੇ। ਪਰ ਉਹਨਾਂ ਚਿਰ ਤੁਹਾਡਾ ਜਿਹੜਾ ਸਟੇਟਸ ਹੈ ਜਿਹੜਾ ਨਾਲੇ ਹਾਂਜੀ ਉਹ ਜਿਹੜਾ ਤੁਹਾਡਾ ਸਟੇਟਸ ਹੈ ਉਹ ਪੈਂਡੂਲਮ ਵਾਂਗੂ ਹੈ। ਸੋ ਇੱਧਰ ਜਾ ਰਿਹਾ ਕੋਈ ਉਹ 'ਚ ਸਟੇਬਿਲਿਟੀ ਨਹੀਂ ਹੈਗੀ ਹੈ। ਸੋ ਇਹ ਖਾਸ ਕਰਕੇ ਜਦੋਂ ਦਾ ਸ਼ਰਾਬ ਪੀ ਕੇ ਕਾਰ ਚਲਾਉਣ ਦਾ ਕਾਨੂੰਨ ਹੈ ਜਿਹੜਾ ਬਣਿਆ ਹੈ ਉਹਦੇ ਕੌਨਸੀਕੁਐਂਸਿਸ ਹੁਣ ਨਜ਼ਰ ਆ ਰਹੇ ਨੇ। 18 ਦਸੰਬਰ 'ਚ ਕਾਨੂੰਨ ਲਾਗੂ ਹੋਇਆ। ਸੋ ਜਿਹੜੇ ਲੋਕਾਂ ਦਾ 19 'ਚ ਮੁਕੱਦਮਾ ਚੱਲਿਆ ਹੋਣਾ, 20 'ਚ ਮੁਕੱਦਮਾ ਚੱਲਿਆ ਹੋਣਾ, ਉਹਨਾਂ ਨੂੰ ਹੁਣ ਸਜ਼ਾਵਾਂ ਹੋਈਆਂ ਨੇ ਜਾਂ ਉਹਨਾਂ ਦੀਆਂ ਸਜ਼ਾਵਾਂ ਖਤਮ ਹੋ ਰਹੀਆਂ ਨੇ। ਤੇ ਇਹ ਵੇਲਾ ਹੈਗਾ ਜਦੋਂ ਇਹ ਕੌਨਸੀਕੁਐਂਸਿਸ ਲੋਕਾਂ ਦੇ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਹੈਗੀਆਂ ਨੇ। ਸੋ ਜਦੋਂ ਵੀ ਜੇ ਪਹਿਲਾਂ ਤਾਂ ਰੱਬ ਨਾ ਕਰੇ ਕਿ ਸ਼ਰਾਬ ਪੀ ਕੇ ਗੱਡੀ ਚਲਾਓ ਜੀ, ਜੇ ਚਲਾਉਂਦੇ ਫੜੇ ਜਾਓ ਤਾਂ ਅੱਜ ਕੱਲ੍ਹ ਜੱਜਸ ਨੂੰ ਤੇ ਪਬਲਿਕ ਪ੍ਰੋਸੀਕਿਊਟਰਸ ਨੂੰ ਵੀ ਇਹ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਜੋ ਕੋਈ ਅਨਰੈਪ੍ਰੈਜ਼ੈਂਟਡ ਬੰਦਾ ਆਉਂਦਾ ਹੈ ਤੇ ਉਹ ਨਾਨ ਸਿਟੀਜ਼ਨ ਹੈ ਤਾਂ ਉਹਨੂੰ ਇਮੀਗ੍ਰੇਸ਼ਨ ਕੌਨਸੀਕੁਐਂਸਿਸ ਵੀ ਦੱਸੀਆਂ ਜਾਣ। ਕਿਉਂਕਿ ਕਈ ਲੋਕ ਗਿਲਟੀ ਪਲੀ ਕਰ ਲੈਂਦੇ ਆ ਜੀ। ਜਦੋਂ ਹੀ ਤੁਸੀਂ ਪਲੀਡ ਕਰ ਲਿਆ ਤਾਂ ਇਹਦਾ ਮਤਲਬ ਤੁਹਾਡੀ ਕਨਵਿਕਸ਼ਨ ਹੋ ਗਈ ਤੇ ਤੁਹਾਡੇ ਤੇ ਆ ਸਾਰਾ ਕੁਝ ਨਾਲ ਦੀ ਨਾਲ ਚੱਲ ਪੈਣਾ ਹੈਗਾ। ਸੋ ਉਹਨਾਂ ਨੂੰ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਉਹ ਕੁਝ ਵੀ ਕਹਿਣ ਤੋਂ ਪਹਿਲਾਂ ਉਹ ਬੰਦੇ ਨੂੰ ਦੱਸ ਦਿਓ ਵੀ ਤੇਰੀ ਇਮੀਗ੍ਰੇਸ਼ਨ ਦੇ ਉੱਤੇ ਕੀ ਅਸਰ ਪਊਗਾ। ਉਸ ਵੇਲੇ ਉਹ ਅਕਸਰ ਤੁਹਾਨੂੰ ਕਹਿੰਦੇ ਨੇ ਵੀ ਜਿਹੜਾ ਤੇਰਾ ਕੋਈ ਇਮੀਗ੍ਰੇਸ਼ਨ ਕਾਉਂਸਲ ਹੈਗਾ ਉਹ ਤੋਂ ਤੂੰ ਓਪੀਨੀਅਨ ਲੈਟਰ ਲਿਆ ਸਕਦਾ ਹੈ, ਇਮੀਗ੍ਰੇਸ਼ਨ ਐਕਸਪਰਟ ਕੋਲੋਂ ਓਪੀਨੀਅਨ ਲੈਟਰ ਲਿਆ ਸਕਦਾ। ਮੈਂ ਬਹੁਤ ਇਹੋ ਜਿਹੇ ਓਪੀਨੀਅਨ ਲੈਟਰਸ ਦਿੰਦਾ ਹੈਗਾ ਜੀ, ਜਿੱਥੇ ਕਿ ਓਪੀਨੀਅਨ ਲੈਟਰ ਕੀ ਹੈ, ਸਭ ਤੋਂ ਪਹਿਲਾਂ ਤੁਸੀਂ ਦੱਸਣਾ ਹੈਗਾ ਕਿ ਤੁਸੀਂ ਕੌਣ ਹੋ, ਤੁਹਾਡੀ ਕੁਆਲੀਫਿਕੇਸ਼ਨ ਕੀ ਹੈ, ਤੁਸੀਂ ਕਿਵੇਂ ਆਥੋਰਾਈਜ਼ ਟੂ ਪ੍ਰੈਕਟਿਸ ਹੋ ਤੇ ਤੁਸੀਂ ਕਿਉਂ ਇਮੀਗ੍ਰੇਸ਼ਨ ਐਕਸਪਰਟ ਹੈਗੇ ਹੋ। ਫਿਰ ਉਹ ਤੋਂ ਬਾਅਦ ਤੁਸੀਂ ਦੱਸਣਾ ਕਿ ਆਹ ਇੰਡੀਵਿਜੂਅਲ ਹੈ ਜਿਹਨੂੰ ਸਜ਼ਾ ਹੋਗੀ ਤੇ ਇਹਦੇ ਨਾਲ ਆਹ ਕੌਨਸੀਕੁਐਂਸਿਸ ਇਹਨੂੰ ਹੋ ਜਾਣਗੀਆਂ। ਸੋ ਉਹਦੇ ਨਾਲ ਤੁਹਾਨੂੰ ਅਕਸਰ ਜਿਹੜੀ ਨਰਮਾਈ ਹੈ ਸਜ਼ਾ ਦੇ ਵਿੱਚੋਂ ਉਹ ਮਿਲ ਜਾਂਦੀ ਹੈਗੀ ਹੈ। ਪਰ ਜੇ ਉਹ ਨਾ ਮਿਲੇ ਤਾਂ ਸਾਰਾ ਪ੍ਰੋਸੀਜਰ ਪਰਮਾਨੈਂਟ ਰੈਜ਼ੀਡੈਂਸ ਦੇ ਉੱਤੇ ਹੈਗਾ। ਸੋ ਇਹ ਨਾ ਸਮਝਿਆ ਜਾਵੇ ਕਿ ਜੋ ਇੱਕ ਵਾਰੀ PR ਹੋ ਗਿਆ ਤਾਂ ਉਹਨੇ ਆਬਲੀਗੇਸ਼ਨ ਨਹੀਂ ਪੂਰੀ, ਉਹਨੇ ਆਬਲੀਗੇਸ਼ਨਸ ਬਿਲਕੁਲ ਪੂਰੀਆਂ ਕਰਨੀਆਂ ਨੇ। ਇਹਦੇ ਨਾਲ ਦੂਜਾ ਐਸਪੈਕਟ ਹੈਗਾ ਟੈਂਪਰੇਰੀ ਰੈਜ਼ੀਡੈਂਸ ਦਾ। ਰਾਈਟ। ਇਸ ਤੋਂ ਪਹਿਲਾਂ ਮੈਂ ਦੋਸਤੋ ਦੱਸ ਦੇਣਾ CWC ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਹੋਰਾਂ ਦੇ ਨਾਲ ਸਾਡੀ ਇਹ ਗੱਲਬਾਤ ਹੋ ਰਹੀ ਹੈ ਤੇ ਇਹ ਜਿਹੜਾ ਅੱਜ ਸਾਡਾ ਟੌਪਿਕ ਹੋਣਾ ਇਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਦੇ ਨਾਲ ਰਲਦਾ ਮਿਲਦਾ ਹੀ ਅਗਰ ਕੋਈ ਸਾਡੇ ਸਰੋਤੇ ਦਾ ਕੋਈ ਸਵਾਲ ਹੋਵੇ, ਮੇਰੀ ਬੇਨਤੀ ਹੋਣੀ ਹੈ ਕਿ ਕਿਉਂਕਿ ਕਈ ਵਾਰੀ ਫਿਰ ਅਸੀਂ ਟੌਪਿਕ ਤੋਂ ਭਟਕ ਜਾਈਦਾ। ਜੇਕਰ ਸਾਡਾ ਕੋਈ ਸਰੋਤਾ ਕੋਈ ਆਪਣਾ ਸਵਾਲ ਕਰਨਾ ਚਾਹੇ ਇਸ ਟੌਪਿਕ ਦੇ ਬੇਸ ਦੀ ਤਾਂ ਸਾਨੂੰ 905-601-1350 ਤੇ ਕਾਲ ਕਰ ਸਕੋਗੇ। ਇੱਕ ਦੋ ਕਾਲਸ ਆਪਾਂ ਔਨ ਏਅਰ ਵੀ ਕਰ ਲਾਂਗੇ। ਬਾਕੀ ਅਦਰਵਾਈਜ਼ ਸਾਡੀ ਇਹ ਗੱਲਬਾਤ ਨੂੰ ਅਸੀਂ ਇਸ ਤਰ੍ਹਾਂ ਹੀ ਕੰਟੀਨਿਊ ਰੱਖਣਾ। 9056011350 ਇਹ ਤਾਂ ਹੋਣਾ ਸਾਡਾ ਸਟੂਡੀਓ 'ਚ ਅੱਜ ਗੱਲ ਕਰਨ ਦੇ ਲਈ ਨੰਬਰ। ਪਰ ਜੇ ਤੁਸੀਂ ਗੁਰਪ੍ਰੀਤ ਖਹਿਰਾ ਹੋਰਾਂ ਦੇ ਨਾਲ ਪਰਸਨਲੀ ਮਿਲ ਕੇ ਅਪਾਇੰਟਮੈਂਟ ਬਣਾ ਕੇ ਆਪਣਾ ਕੇਸ ਡਿਸਕਸ ਕਰਨਾ ਚਾਹੁੰਦੇ ਹੋ, ਤੁਸੀਂ ਇੱਥੇ ਰੇਡੀਓ ਤੇ ਕਾਲ ਨਹੀਂ ਵੀ ਕਰਨਾ ਚਾਹੁੰਦੇ ਤਾਂ ਤੁਸੀਂ ਇਹਨਾਂ ਨੂੰ ਇਹਨਾਂ ਦੇ ਆਫਿਸ ਦੇ ਵਿੱਚ ਕਾਲ ਕਰ ਸਕਦੇ ਹੋ 905-670-4444 905-670-4444 ਦੇ ਉੱਪਰ। ਅਗਰ ਤੁਹਾਡੇ ਲਈ, ਤੁਹਾਡੇ ਪਰਿਵਾਰ ਦੇ ਲਈ ਜਾਂ ਕਿਤੇ ਵੀ ਦੋਸਤ ਮਿੱਤਰ ਤੁਹਾਡੇ ਸਰਕਲ ਦੇ ਵਿੱਚ ਕਿਸੇ ਦੇ ਲਈ ਇਸ ਤਰ੍ਹਾਂ ਦੀ ਨੌਬਤ ਆਈ ਹੋਈ ਹੈ, ਉਹਨਾਂ ਨੂੰ ਐਕਸਪਰਟ ਐਡਵਾਈਸ ਚਾਹੀਦੀ ਹੈ ਤਾਂ ਅਸੀਂ ਹਮੇਸ਼ਾ ਇਹੀ ਅਪੀਲ ਕਰਦੇ ਹੁੰਦੇ ਹਾਂ ਕਿ ਫਸਟ, ਸੈਕੰਡ, ਥਰਡ ਓਪੀਨੀਅਨ ਜਿਸ ਤਰ੍ਹਾਂ ਵੀ ਹੋਵੇ ਇੱਕ ਵਾਰ CWC ਇਮੀਗ੍ਰੇਸ਼ਨ ਨੂੰ ਕੰਟੈਕਟ ਜ਼ਰੂਰ ਕਰੋ ਤਾਂ ਕਿ ਤੁਹਾਡੇ ਕੇਸ ਨੂੰ ਸੋਲਿਡਲੀ ਪ੍ਰੋਪਰਲੀ ਉਹਨੂੰ ਐਗਜ਼ੀਕਿਊਟ ਕਰਨ ਲਈ, ਉਹਨੂੰ ਅੱਗੇ ਕੈਰੀ ਕਰਨ ਦੇ ਲਈ ਤੁਹਾਨੂੰ ਕੋਈ ਨਾ ਕੋਈ ਚੰਗੀ ਸੁਝਾਅ, ਚੰਗੀ ਇਨਫੋਰਮੇਸ਼ਨ ਤੇ ਚੰਗੀ ਹੈਲਪ ਮਿਲ ਸਕੇ। ਸੋ 905-670-4444 CWC ਇਮੀਗ੍ਰੇਸ਼ਨ ਦੇ ਆਫਿਸ ਦਾ ਨੰਬਰ ਹੈ ਤੇ ਇੱਥੇ ਕਾਲ ਕਰਨ ਦੇ ਲਈ ਹੁਣ ਸਟੂਡੀਓ ਦੇ ਵਿੱਚ ਅਗਰ ਗੱਲ ਕਰਨੀ, ਸਾਡੇ ਨਾਲ ਇੱਕ ਕਾਲਰ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ। ਪਹਿਲਾਂ ਗੁਰਪ੍ਰੀਤ ਹੋਰਾਂ ਦੀ ਗੱਲ ਕੰਪਲੀਟ ਕਰ ਲੈਂਦੇ ਹਾਂ ਜਿਹੜਾ ਪੁਆਇੰਟ ਚੱਲ ਰਿਹਾ ਸੀ। ਤੇ ਕਾਲਰ ਨੂੰ ਮੈਂ ਬੇਨਤੀ ਕਰਦਾ ਤੁਸੀਂ ਇਸ ਤਰ੍ਹਾਂ ਹੀ ਹੋਲਡ ਰੱਖਿਓ ਤੇ ਹੋਰ ਵੀ ਸਾਡਾ ਸਰੋਤਾ ਅਗਰ ਗੱਲ ਕਰਨੀ ਚਾਹੇ ਤਾਂ 905-601-1350 ਤੇ ਕਾਲ ਕਰ ਸਕਦੇ ਹੋ। ਗੁਰਪ੍ਰੀਤ ਜਿੱਥੋਂ ਪੁਆਇੰਟ ਛੱਡਿਆ ਸੀ ਜੇ ਉਹਨੂੰ ਵਾਈਂਡ ਅਪ ਕਰ ਦਿਓ ਪਹਿਲਾਂ ਤੇ ਫਿਰ ਆਪਾਂ ਕਾਲ ਤੇ ਚੱਲਦੇ ਹਾਂ ਜੀ। ਸੋ ਜਿਹੜੇ ਟੈਂਪਰੇਰੀ ਰੈਜ਼ੀਡੈਂਟ ਹੈਗੇ ਨੇ ਉੱਥੇ ਉਹਨਾਂ ਕੋਲ ਰਾਈਟ ਆਫ ਅਪੀਲ ਨਹੀਂ ਹੈਗਾ ਜੀ। ਉਹਨਾਂ ਦੇ ਬਹੁਤ ਸੀਰੀਅਸ ਕੌਨਸੀਕੁਐਂਸਿਸ ਨੇ। ਕੱਲੇ ਆਪਾਂ ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਗੱਲ ਨਹੀਂ ਕਰਦੇ। ਜੇ ਕੋਈ ਅਸੌਲਟ ਹੈਗਾ ਕਿ ਲੜਾਈ ਝਗੜਾ ਹੋ ਗਿਆ ਤੁਹਾਨੂੰ ਅਸੌਲਟ ਚਾਰਜ ਕਰਤਾ ਹੈ। ਮੈਂ ਕਿੰਨੀ ਵਾਰੀ ਦੇਖਿਆ ਹੈਗਾ ਕਿ ਗਰਲਫ੍ਰੈਂਡ ਬॉयਫ੍ਰੈਂਡ ਹੁੰਦੇ ਆ ਜਾਂ ਹਸਬੈਂਡ ਵਾਈਫ ਹੁੰਦੇ, ਕਈ ਵਾਰ ਉੱਥੇ ਸੈਕਸ਼ੂਅਲ ਅਸੌਲਟ ਦੇ ਚਾਰਜਸ ਵੀ ਜਿਹੜੇ ਹੈਗੇ ਨੇ ਉਹ ਦੂਜੇ ਇੰਡੀਵਿਜੂਅਲ ਦੇ ਉੱਤੇ ਇਲਜ਼ਾਮ ਲਾ ਦਿੱਤੇ ਜਾਂਦੇ ਆ ਜੀ। ਸੋ ਉੱਥੇ ਜਾ ਕੇ ਤਾਂ ਸਿਚੁਏਸ਼ਨ ਹੋਰ ਵੀ ਜਿਹੜੀ ਹੈਗੀ ਹੈ ਡਿਫਿਕਲਟ ਬਣ ਜਾਂਦੀ ਹੈਗੀ ਹੈ। ਉਹਨਾਂ ਲਈ ਸੀਰੀਅਸਨੈਸ ਸਭ ਤੋਂ ਪਹਿਲਾਂ ਤਾਂ ਸਿਚੁਏਸ਼ਨ ਇਹ ਹੈਗੀ ਹੈ ਕਿ ਜਿਹੜੇ ਉਹਨਾਂ ਦਾ ਕਰੰਟ ਸਟੇਟਸ ਹੈਗਾ ਉਹ ਵੀ ਔਨ ਹੋਲਡ ਹੋ ਜਾਂਦਾ। ਮਤਲਬ ਹੁਣ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਫੜੇਗਾ, ਉਹਦੇ ਚਾਰਜਸ ਹੋ ਗਏ ਜੀ। ਉਹਨੇ ਆਪਦਾ ਸਟੱਡੀ ਪਰਮਿਟ ਤੋਂ ਬਾਅਦ ਵਰਕ ਪਰਮਿਟ, ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣਾ। ਉਹਨੂੰ ਵਰਕ ਪਰਮਿਟ ਉਦੋਂ ਤੱਕ ਨਹੀਂ ਮਿਲੂਗਾ ਜਦੋਂ ਤੱਕ ਉਹਦੇ ਡਿਸਪੋਜੀਸ਼ਨ ਨਹੀਂ ਹੋ ਚੁੱਕਾ ਉਹਦਾ ਮੈਟਰ ਦੇ ਉੱਤੇ। ਕਹਿਣ ਦਾ ਮਤਲਬ ਹੈ ਕਿ ਕੋਰਟ ਫੈਸਲਾ ਨਹੀਂ ਕਰ ਜਾਂਦੀ ਕਿ ਇਹਨੂੰ ਬਾਇਜ਼ਤ ਬਰੀ ਕਰਨਾ ਜਾਂ ਇਹਨੂੰ ਸਜ਼ਾ ਦੇਣੀ ਹੈਗੀ ਹੈ। ਜੇ ਤਾਂ ਬਾਇਜ਼ਤ ਬਰੀ ਹੋ ਜਾਂਦਾ ਜੀ ਫਿਰ ਪਰਮਿਟ ਮਿਲ ਜੂਗਾ। ਜੇ ਉਹਨੂੰ ਕਿਸੇ ਕਿਸਮ ਦੀ ਵੀ ਸਜ਼ਾ ਹੋ ਗਈ, ਚਾਹੇ ਫਾਈਨ ਹੋ ਗਿਆ, ਪ੍ਰੋਬੇਸ਼ਨ ਹੋ ਗਈ, ਕੁਛ ਵੀ ਹੋ ਗਿਆ, ਤਾਂ ਫਿਰ ਉਹਨੂੰ ਪਰਮਿਟ ਨਹੀਂ ਮਿਲੂਗਾ।
ਸਿਮਿਲਰਲੀ ਸਿਚੁਏਸ਼ਨ ਦੇ ਵਿੱਚੋਂ ਹਸਬੈਂਡ ਵਾਈਫ ਹੈਗੇ ਆ, ਸਟੂਡੈਂਟ ਹੈ ਜਾਂ ਵਰਕਰ ਹੈ, ਉਹਨਾਂ ਦਾ ਝਗੜਾ ਹੋ ਗਿਆ ਹਾਂਜੀ ਤੇ ਦੂਜੇ ਬੰਦੇ ਨੂੰ ਵੀ ਨਹੀਂ ਮਿਲੂਗਾ ਜੀ, ਕਿਉਂਕਿ ਉਹ ਸਟਿਲ ਹਾਲੇ ਉਹਦਾ ਫੈਮਿਲੀ ਮੈਂਬਰ ਹੈਗਾ। ਠੀਕ ਹੈ। ਸੋ ਉੱਥੇ ਸਿਚੁਏਸ਼ਨਸ ਹੋਰ ਵੀ ਡਿਫਿਕਲਟ ਹੁੰਦੀਆਂ ਜਾਣਗੇ। ਆਪਾਂ ਪਹਿਲਾਂ ਕਾਲ ਲੈ ਲਈ। ਹਾਂਜੀ ਦੇਖ ਲੈਂਦੇ ਜੀ ਸਾਡੇ ਕਾਲਰ 9300 ਤੇ 95 ਨੰਬਰ, ਸੌਰੀ 6395, ਤੁਸੀਂ ਆਉਂਦੀ ਰਹੋ ਜੀ। ਹਾਂਜੀ ਮੇਰਾ ਕੁਐਸਚਨ ਸਰ ਨੂੰ ਇਹ ਹੈ ਕਿ ਵੀ ਸਰ ਨੇ ਬਹੁਤ ਅੱਛਾ ਦੱਸਿਆ ਸਾਨੂੰ, ਸਿਰਫ 1 ਮਿੰਟ ਲਗਾ ਕੇ ਸਾਨੂੰ ਸਿਟੀਜ਼ਨਸ਼ਿਪ ਦਾ ਵੀ ਦੱਸ ਦਿੰਗੇ। ਜੇ ਕੋਈ ਸਿਟੀਜ਼ਨ ਬਣ ਜਾਂਦਾ ਹੈ ਇਮੀਗ੍ਰੈਂਟ ਜਿਹੜਾ ਹੈ, ਤੇ ਉਸ ਤੋਂ ਬਾਅਦ ਉਹਦੇ ਕੋਈ ਆਬਲੀਗੇਸ਼ਨਸ ਹੈਗੀਆਂ ਜਾਂ ਨਹੀਂ। ਥੈਂਕ ਯੂ ਸਰ। ਠੀਕ ਹੈ ਜੀ, ਮਿਹਰਬਾਨੀ ਬ੍ਰਦਰ, ਥੈਂਕ ਯੂ। ਹਾਂਜੀ ਸਰ। ਸੋ ਸਿਟੀਜ਼ਨ ਦੇ ਤਾਂ ਰਾਈਟਸ ਐਂਡ ਰਿਸਪੌਂਸਿਬਿਲਿਟੀਜ਼ ਹੈਗੀਆਂ ਨੇ ਜੀ। ਸੋ ਉਹ ਜਦੋਂ ਤੁਸੀਂ ਆਪਣੀ ਸਿਟੀਜ਼ਨ ਬਣਨ ਵੇਲੇ ਉਹ ਕਿਤਾਬ ਪੜ੍ਹੀ ਸੀਗੀ, ਜਿਹੜੀ ਬੁੱਕ ਸੀਗੀ, ਹਾਂਜੀ ਉਹਦੇ ਵਿੱਚ ਉਹ ਕਲੀਅਰਲੀ ਲਿਖਿਆ ਸੀ। ਸੋ ਤੁਸੀਂ ਵੋਟ ਪਾਉਣ ਦਾ ਅਧਿਕਾਰ ਹੈਗਾ ਤੁਹਾਨੂੰ, ਬਾਕੀ ਤੁਹਾਡੀ ਆਬਲੀਗੇਸ਼ਨਸ ਹੈਗੀਆਂ ਨੇ। ਉਹਦੇ 'ਚ ਇਹ ਨਹੀਂ ਹੈਗਾ ਤੁਹਾਨੂੰ ਕਿ ਤੁਹਾਨੂੰ ਕੈਨੇਡਾ 'ਚੋਂ ਕੱਢ ਦਿੱਤਾ ਜਾਊਗਾ। ਓਕੇ, ਸੋ ਇਸ ਗੱਲ ਦੀ ਥੋੜੀ ਜਿਹੀ ਤਸੱਲੀ ਹੋ ਜਾਂਦੀ ਵੀ ਹੁਣ ਭਾਈ ਪੱਕੇ ਇੱਥੇ ਰਵਾਂਗੇ। ਬਿਲਕੁਲ। ਪਰ ਕਈ ਵਾਰੀ ਗਹਿਰਾ ਸਾਹਿਬ ਸੁਣਨ ਨੂੰ ਆਉਂਦਾ ਕਿ ਯਾਰ ਸਿਟੀਜ਼ਨਸ਼ਿਪ ਵੀ ਕੈਂਸਲ ਕਰ ਦਿੱਤੀ ਜਾਂਦੀ, ਉਹ ਫਿਰ ਕਿਸ ਸੂਰਤ 'ਚ ਕਰਦੇ ਆ? ਹਾਂਜੀ, ਸੋ ਜੇ ਤੁਸੀਂ ਸਿਟੀਜ਼ਨਸ਼ਿਪ ਲੈਣ ਵੇਲੇ ਕੋਈ ਮਿਸ ਰੈਪਰੈਜ਼ੈਂਟੇਸ਼ਨ ਕੀਤਾ ਹੈਗਾ, ਓਕੇ, ਉਸ ਸਮੇਂ ਜੇ ਸਰਕਾਰ ਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਤੁਸੀਂ ਮਿਸ ਰੈਪਰੈਜ਼ੈਂਟੇਸ਼ਨ ਕੀਤਾ ਹੈਗਾ ਸਿਟੀਜ਼ਨ ਲੈਣ ਵੇਲੇ, ਹਾਂਜੀ, ਤਾਂ ਫਿਰ ਤੁਹਾਡਾ ਸਿਟੀਜ਼ਨਸ਼ਿਪ ਹੈ ਜਿਹੜੀ ਉਹ ਕੈਂਸਲ ਕਰ ਦਿੱਤੀ ਜਾਂਦੀ ਹੈ। ਤੇ ਫਿਰ ਉਹ ਤੋਂ ਬਾਅਦ ਜਿਹੜਾ ਤੁਹਾਡਾ ਪੁਰਾਣਾ ਸਟੇਟਸ ਹੁੰਦਾ ਉੱਥੇ ਲਿਆਂਦਾ ਜਾਂਦਾ। ਉਹ ਆਫ ਕੋਰਸ ਪਰਮਾਨੈਂਟ ਰੈਜ਼ੀਡੈਂਟ ਹੋਊਗਾ ਜਿਹੜਾ ਤੁਸੀਂ ਸਿਟੀਜ਼ਨ ਬਣੇ ਹੋ, ਤੇ ਫਿਰ ਉਹ ਤੋਂ ਬਾਅਦ ਤੁਹਾਡੇ ਤੇ ਉਹ ਮੁਕੱਦਮਾ ਚਲਾ ਕੇ ਫਿਰ ਰਿਮੂਵਲ ਹੈ ਜਿਹੜਾ ਕੀਤਾ। ਅੱਛਾ, ਪਰ ਇੱਥੇ ਦੋਸਤੋ ਉਹ ਸਿਰਫ ਮਿਸ ਰੈਪਰੈਜ਼ੈਂਟੇਸ਼ਨ ਦੇ ਕੇਸ ਹੈ। ਕਿੰਨੀ ਮਿਸ ਰੈਪਰੈਜ਼ੈਂਟੇਸ਼ਨ ਹੋ ਸਕਦੀ ਹੈ? ਜਿਵੇਂ ਤੁਹਾਨੂੰ ਯਾਦ ਹੋਣਾ ਇੱਕ ਬਹੁਤ ਓਲਡ ਨਾਜ਼ੀ ਜੈਂਟਲਮੈਨ ਸੀਗਾ ਜਿਹੜਾ ਤੇ ਉਹ ਇੱਥੇ ਆ ਕੇ ਰਹਿੰਦਾ ਰਿਹਾ ਕੈਨੇਡਾ 'ਚ। ਉਹਨੇ ਮਿਸ ਰੈਪਰੈਜ਼ੈਂਟੇਸ਼ਨ ਕੀਤਾ ਕਿ ਉਹ ਹਿਊਮਨ ਰਾਈਟ ਵਾਇਲੇਸ਼ਨ ਦੇ ਵਿੱਚ ਇਨਵੋਲਵ ਨਹੀਂ ਸੀ। ਬਾਅਦ 'ਚ ਉਹਨੂੰ ਪਤਾ ਲੱਗ ਗਿਆ ਸਰਕਾਰ ਨੂੰ ਕਿ ਇਹ ਬੰਦਾ ਸੀਗਾ, ਤੇ ਉਹ ਤੋਂ ਬਾਅਦ ਉਹਦੀ ਸਿਟੀਜ਼ਨਸ਼ਿਪ ਕੈਂਸਲ ਕਰਕੇ ਵਾਪਸ ਭੇਜਿਆ ਗਿਆ। ਇੱਕ ਤੁਹਾਨੂੰ ਯਾਦ ਹੋਣਾ ਪਿਛਲੀ ਇਲੈਕਸ਼ਨ ਵੇਲੇ ਇੱਕ ਬਹੁਤ ਵੱਡਾ ਮੁੱਦਾ ਬਣਿਆ ਸੀਗਾ, ਜਿੱਥੇ ਕਿਹਾ ਸੀਗਾ ਕਿ ਲੋਕਾਂ ਦੀ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਵਾਪਸ ਲੈਣ ਦਾ ਕਾਨੂੰਨ ਹੈ ਜਿਹੜਾ ਬਣ ਕੇ ਜੋ ਟੈਰਰਿਸਟ ਐਕਟੀਵਿਟੀਜ਼ ਜਾਂ ਕਿਸੇ 'ਚ ਇਨਵੋਲਵਡ ਨੇ, ਉਹ ਤੋਂ ਬਾਅਦ ਉਹਨੂੰ ਖਤਮ ਕਰ ਦਿੱਤਾ ਗਿਆ। ਠੀਕ ਹੈ, ਉਹ ਲਿਬਰਲਸ ਨੇ ਆ ਕੇ ਚੇਂਜ ਕਰਤਾ। ਸੋ ਟੈਕਨੀਕਲੀ ਉਹ ਇੰਡੀਅਨਸ ਦੇ ਉੱਤੇ ਉਹਦਾ ਕੋਈ ਅਸਰ ਨਹੀਂ ਸੀ ਵੈਸੇ, ਪਰ ਉਹਨੂੰ ਪ੍ਰਚਾਰਿਆ ਇਸ ਤਰੀਕੇ ਨਾਲ ਗਿਆ ਕਿ ਜਿਹੜੇ ਇੰਡੀਆ ਤੋਂ ਆਏ ਹੋਏ ਲੋਕ ਨੇ ਉਹਨਾਂ ਦੀ ਸਿਟੀਜ਼ਨਸ਼ਿਪ ਲੈ ਕੇ ਵੀ ਉਹਨੂੰ ਵਾਪਸ ਕਰ ਦਿੱਤਾ ਜਾਊਗਾ। ਪ੍ਰਚਾਰਿਆ ਇਸ ਤਰ੍ਹਾਂ ਗਿਆ। ਉਹ ਕਿਉਂ ਨਹੀਂ ਹੈਗਾ ਉਹ ਮੈਂ ਦੱਸਣਾ ਚਾਹੁੰਦਾ। ਉਹਦੇ ਵਿੱਚ ਇਹ ਸੀ ਕਿ ਜੇ ਤੁਸੀਂ ਡਿਊਲ ਸਿਟੀਜ਼ਨ ਹੈਗੇ ਹੋ, ਅੱਛਾ, ਇੰਡੀਆ ਨਾਲ ਤਾਂ ਕੋਈ ਡਿਊਲ ਸਿਟੀਜ਼ਨਸ਼ਿਪ ਦਾ ਸਮਝੌਤਾ ਹੀ ਨਹੀਂ ਹੈਗਾ ਜੀ। ਓਕੇ, ਇੰਡੀਆ ਤੋਂ ਜਿਹੜਾ ਤੁਹਾਨੂੰ ਡਾਕੂਮੈਂਟ ਮਿਲਦਾ ਉਹ OCI ਹੈ ਨਾ, ਉਹ ਤੁਹਾਨੂੰ ਲਾਈਫ ਲੌਂਗ ਵੀਜ਼ਾ ਹੈ। ਆਪਣੀ ਸਿਟੀਜ਼ਨਸ਼ਿਪ ਉੱਥੇ ਇੰਡੀਆ ਦੀ ਰੱਦ ਕਰਾਉਣੀ ਪੈਂਦੀ ਹੈ। ਜਦੋਂ ਕੈਨੇਡੀਅਨ ਸਿਟੀਜ਼ਨ ਲੈਣਾ ਤੁਸੀਂ ਇੰਡੀਅਨ ਸਿਟੀਜ਼ਨਸ਼ਿਪ ਆਪਦੀ ਰਿਨਾਊਂਸ ਕਰਦੇ ਹੈਗੇ ਹੋ। ਠੀਕ ਹੈ, ਜੋ ਪਾਸਪੋਰਟ ਸਰੈਂਡਰ ਕਰਦੇ ਟੈਕਨੀਕਲੀ ਉਹ ਪਾਰਟ ਦੇ ਵਿੱਚੋਂ। ਉਹ ਕੇਸ ਦੇ ਵਿੱਚੋਂ ਇੰਡੀਅਨਸ ਦੇ ਉੱਤੇ ਤਾਂ ਉਹ ਲਾਗੂ ਹੀ ਨਹੀਂ ਹੁੰਦਾ ਸੀ ਕਾਨੂੰਨ। ਉਹ ਸਿਰਫ ਉਹਨਾਂ ਮੁਲਕਾਂ ਤੇ ਲਾਗੂ ਹੁੰਦਾ ਸੀ ਜਿਹੜੇ ਮੁਲਕਾਂ ਨਾਲ ਡਿਊਲ ਸਿਟੀਜ਼ਨਸ਼ਿਪ ਹੈ, ਮਤਲਬ ਤੁਸੀਂ ਇੱਥੇ ਦੇ ਵੀ ਸ਼ਹਿਰੀ ਹੈਗੇ ਹੋ ਤੇ ਉਸ ਦੇਸ਼ ਦੇ ਵੀ ਸ਼ਹਿਰੀ ਹੈਗੇ ਹੋ, ਉਹਨਾਂ ਤੇ ਲਾਗੂ ਹੁੰਦਾ ਸੀ, ਅਦਰਵਾਈਜ਼ ਨਹੀਂ ਹੁੰਦਾ। ਖੈਰ ਹੁਣ ਤਾਂ ਉਹ ਮੁੱਦੇ ਦਾ ਨਹੀਂ ਰਿਹਾ ਕਿ ਉਹ ਕਾਨੂੰਨ ਇਹ ਖਤਮ ਕਰ ਦਿੱਤਾ। ਪਰ ਦੋਸਤੋ ਇੱਥੇ ਸਾਡਾ ਇਹ ਨਾ ਹੋਵੇ ਕਿ ਸਾਡਾ ਕਹਿਣ ਦਾ ਮਕਸਦ ਇਦਾਂ ਨਾ ਲੈ ਲਿਆ ਜਾਵੇ ਵੀ ਜੇ ਤੁਸੀਂ ਸਿਟੀਜ਼ਨ ਹੋ ਤਾਂ ਹੁਣ ਜਿੰਨੇ ਮਰਜ਼ੀ ਪੰਗੇ ਲੈ ਲਓ, ਕੋਈ ਚੱਕਰ ਨਹੀਂ, ਹੁਣ ਕ੍ਰਿਮੀਨਲੀ ਜਿੱਦਾਂ ਦਾ ਮਰਜ਼ੀ ਐਕਟੀਵਿਟੀ ਕਰ ਲਈਏ। ਬਿਲਕੁਲ ਵੀ ਨਹੀਂ ਜੀ। ਸੋ ਕ੍ਰਿਮੀਨੈਲਿਟੀ ਜਿਹੜਾ ਉਹ ਕ੍ਰਿਮੀਨਲ ਜਸਟਿਸ ਸਿਸਟਮ ਦਾ ਪਾਰਟ ਹੈ। ਆਪਾਂ ਉਹਨੂੰ ਇਨ ਰਿਲੇਸ਼ਨ ਟੂ ਇਮੀਗ੍ਰੇਸ਼ਨ ਡਿਸਕਸ਼ਨ ਕਰਦੇ। ਯੈਸ, ਸੋ ਦੇਖਦੇ ਹਾਂ ਜੀ ਇੱਕ ਕਾਲਰ ਹੋਰ ਨੇ ਆਪਣੇ ਨਾਲ 3737, ਤੁਸੀਂ ਆਉਂਦੀ ਰਹੋ ਜੀ। ਜੀ ਕੀ ਹਾਲ ਚਾਲ? ਇਹ ਕੁਐਸਚਨ ਹੈਗਾ, ਹਾਂਜੀ ਸਰ, ਅਗਰ ਕੋਈ ਬੰਦਾ PR ਕਾਰਡ ਹੈਗਾ ਉਹ ਡਿਸਪਿਊਟ ਹੁੰਦਾ ਘਰ ਦੇ ਵਿੱਚ ਜਾਂ ਫੈਮਿਲੀ ਵਾਇਲੈਂਸ ਚਾਰਜ ਹੁੰਦਾ ਹੈਗਾ, ਹਾਂਜੀ, ਤੇ ਅਗਰ ਉਹ ਟਰੈਵਲ ਕਰ ਸਕਦਾ ਆਊਟ ਆਫ ਕੰਟਰੀ, ਜੇ ਕਰ ਸਕਦਾ ਤੇ ਉਹਦੀ ਐਂਟਰੀ ਵੀ ਹੋ ਸਕਦੀ ਹੈ ਕਿ ਨਹੀਂ? ਟਰੈਵਲ ਤੱਕ ਲਈ ਤੁਸੀਂ ਗੱਲ ਕਰਨਾ ਚਾਹੁੰਦੇ ਹੋ? ਜੀ ਅਗਰ ਉਹਨੂੰ ਕਨਵਿਕਸ਼ਨ ਹੋ ਗਈ ਹੈਗੀ ਆਲਰੇਡੀ, ਹਾਂਜੀ, ਪ੍ਰੋਬੇਸ਼ਨ ਹੋ ਗਈ ਹੈ 2 ਸਾਲ ਦੀ ਫਿਨਿਸ਼, ਤੋਂ ਟਰੈਵਲ ਕਰਨਾ ਚਾਹੁੰਦਾ ਕਰ ਸਕਦਾ ਕਿ ਨਹੀਂ? ਹਾਂਜੀ, ਪ੍ਰੋਬਲਮ ਤਾਂ ਨਹੀਂ ਹੈਗੀ ਬਾਰਡਰ ਤੇ? ਤੁਸੀਂ ਹੋਲਡ ਕਰ ਲਓ, ਇਦਾਂ ਹੀ ਜੇ ਸਵਾਲ ਹੋਇਆ ਤੁਹਾਡਾ ਨਾਲ ਹੀ ਕੈਰੀ ਕਰਦੇ। ਹਾਂਜੀ, ਹੋਲਡ ਕਰੋ। ਹਾਂਜੀ ਸਰ। ਬਿਲਕੁਲ। ਸੋ ਜਦੋਂ ਤੱਕ ਪ੍ਰੋਬੇਸ਼ਨ ਚੱਲਦੀ ਸੀ ਤਾਂ ਉਹ ਪ੍ਰੋਬੇਸ਼ਨ ਆਫਿਸਰ ਦੀ ਇਜਾਜ਼ਤ ਦੇ ਨਾਲ ਕੰਡੀਸ਼ਨਸ ਨੂੰ ਅਮੈਂਡ ਕਰ ਸਕਦੇ ਸੀ, ਪਰ ਜਦੋਂ ਹੀ ਹੁਣ ਪ੍ਰੋਬੇਸ਼ਨ ਹੈ ਜਿਹੜੀ ਉਹ ਪੂਰੀ ਹੋ ਚੁੱਕੀ ਹੈਗੀ ਹੈ ਤੇ ਉਹ ਤੋਂ ਬਾਅਦ ਉਹਨਾਂ ਤੇ ਕੋਈ ਆਬਲੀਗੇਸ਼ਨ ਨਹੀਂ ਹੈਗੀ ਉਹਨੂੰ ਪ੍ਰੋਬੇਸ਼ਨ ਆਫਿਸਰ ਨੂੰ ਰਿਪੋਰਟ ਕਰਨ ਨੂੰ, ਕਿਉਂਕਿ ਪਹਿਲਾਂ ਬੇਲ ਕੰਡੀਸ਼ਨਸ ਹੁੰਦੀ ਹੈ ਕਿ ਤੁਸੀਂ ਕੰਟਰੀ ਛੱਡ ਕੇ ਨਹੀਂ ਜਾ ਸਕਦੇ, ਤੇ ਪ੍ਰੋਬੇਸ਼ਨ ਦੇ ਵਿੱਚ ਵੀ ਇਹ ਹੁੰਦਾ ਹੈਗਾ। ਸੋ ਜਦੋਂ ਹੀ ਉਹ ਪ੍ਰੋਬੇਸ਼ਨ ਖਤਮ ਹੋ ਗਈ, ਹਾਂਜੀ, ਉਹ ਫ੍ਰੀ ਟੂ ਟਰੈਵਲ ਨੇ। ਤੇ ਦੂਜੀ ਜਿਹੜੀ ਗੱਲ ਹੈਗੀ ਉਹ ਹੈਗੀ ਹੈ ਕਿ ਜਿਹੜੇ ਮੁਲਕ 'ਚ ਤੁਸੀਂ ਜਾ ਰਹੇ ਹੋ ਉਹ ਤੁਹਾਨੂੰ ਕ੍ਰਿਮੀਨੈਲਿਟੀ ਕਰਕੇ ਆਉਣ ਦੀ ਇਜਾਜ਼ਤ ਦਿੰਦਾ ਕਿ ਨਹੀਂ ਦਿੰਦਾ, ਉਹ ਇੱਕ ਵੱਖਰਾ ਮੁੱਦਾ ਹੈ। ਹੁਣ ਜੇ ਤੁਸੀਂ ਕਨਵਿਕਟਡ ਹੈਗੇ ਹੋ ਕੈਨੇਡਾ ਦੇ ਵਿੱਚੋਂ, ਤੁਹਾਨੂੰ ਯੂਨਾਈਟਿਡ ਸਟੇਟਸ ਐਂਟਰੀ ਨਹੀਂ ਦੇਊਗਾ।
ਅੱਛਾ ਤੁਸੀਂ ਇਨਐਡਮਿਸਿਬਲ ਹੋ ਜਾਂਦੇ ਹੋ। ਪਰ ਜੇ ਤੁਸੀਂ ਇੰਡੀਅਨ ਸਿਟੀਜ਼ਨ ਹੋ, ਇੰਡੀਆ ਜਾਣਾ ਚਾਹੁੰਦੇ ਹੋ, ਤਾਂ ਤੁਹਾਡਾ ਮੁਲਕ ਹੈ ਜੀ, ਉਹ ਤਾਂ ਨਹੀਂ ਤੁਹਾਨੂੰ ਨਾ ਕਰੂਗੇ ਨਾ, ਉਹ ਤਾਂ ਬਿਲਕੁਲ ਤੁਸੀਂ ਜਾ ਸਕਦੇ ਹੈਗੇ ਹੋ। ਸੋ ਪਰ ਜੇ ਕਨਵਿਕਸ਼ਨ ਹੋ ਚੁੱਕੀ ਹੈਗੀ ਆ ਤੇ ਪ੍ਰੋਬੇਸ਼ਨ ਪੂਰੀ ਹੋ ਚੁੱਕੀ ਹੈ, ਸੋ ਜਿਹੜਾ ਅਗਲਾ ਮਾਮਲਾ ਹੁਣ ਉਹ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨਾਲ ਸ਼ੁਰੂ ਹੋਣ ਵਾਲਾ ਜੀ। ਸੋ ਜੇ ਉਹ ਪ੍ਰੋਬੇਸ਼ਨ ਖਤਮ ਹੋਈ ਹੈ ਤਾਂ ਸੂਨ ਤੁਹਾਨੂੰ ਚਿੱਠੀ ਆ ਜਾਣੀ ਚਾਹੀਦੀ ਹੈਗੀ ਹੈ ਜਿਹੜੀ ਇਹ ਮੈਟਰ ਦੇ ਉੱਤੇ ਕੰਮ ਕਰੇ। ਤੇ ਨਾਲ ਦੀ ਨਾਲ ਇੱਕ ਹੋਰ ਮੈਂ ਐਡ ਕਰਨਾ ਚਾਹੁੰਦਾ ਇੱਥੇ ਕਿ ਜਿਹੜੀ ਸੈਕਸ਼ਨ 131 ਹੈਗਾ ਉਹ ਬਹੁਤ ਕਲੀਅਰ ਹੈ ਮਾਮਲੇ ਦੇ ਉੱਤੇ ਕਿ ਜੇ ਤੁਸੀਂ ਕੋਈ ਕਲੋਜ਼ ਫੈਮਿਲੀ ਮੈਂਬਰ ਨਾਲ ਤੁਸੀਂ ਅਸਾਲਟ ਕੀਤਾ ਹੈਗਾ, ਬੋਡੀਲੀ ਹਾਰਮ ਕੀਤਾ ਹੈ, ਤਾਂ ਤੁਸੀਂ ਪ੍ਰੋਬੇਸ਼ਨ ਖਤਮ ਹੋਣ ਤੋਂ 5 ਸਾਲ ਬਾਅਦ ਕਿਸੇ ਹੋਰ ਨੂੰ ਸਪਾਂਸਰਸ਼ਿਪ ਕਰਨ ਲਈ ਐਲੀਜੀਬਲ ਹੁੰਦੇ ਹੋ। ਸੋ ਹੁਣ ਤੋਂ ਜਦੋਂ ਦੇ ਪ੍ਰੋਬੇਸ਼ਨ ਖਤਮ ਹੋਈ ਹੈ ਤੇ ਅਗਲੇ 5 ਸਾਲ ਤੱਕ ਉਹ ਕਿਸੇ ਨੂੰ ਸਪਾਂਸਰਸ਼ਿਪ ਵੀ ਨਹੀਂ ਕਰ ਸਕਦੇ ਹੈਗੇ। ਠੀਕ ਹੈ ਸਰ, ਆਨਸਰ ਮਿਲ ਗਿਆ ਜੀ ਤੁਹਾਡੇ ਸਵਾਲ ਦਾ? ਹਾਂਜੀ ਮਿਲ ਗਿਆ, ਥੈਂਕ ਯੂ। ਠੀਕ ਹੈ ਬ੍ਰਦਰ, ਬਾਕੀ ਤੁਸੀਂ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਤੁਸੀਂ 905 670 4444 9056704444 ਦੇ ਉੱਤੇ ਕੰਟੈਕਟ ਕਰਕੇ ਗੁਰਪ੍ਰੀਤ ਖਹਿਰਾ ਹੋਰਾਂ ਦੇ ਆਫਿਸ ਦੇ ਵਿੱਚ ਗੱਲਬਾਤ ਕਰ ਸਕਦੇ ਹੋ। ਤੇ ਖਹਿਰਾ ਸਾਹਿਬ, ਬਹੁਤ ਸਾਰੇ ਕਈ ਵਾਰੀ ਕੇਸਿਸ ਆਪਾਂ ਸੁਣੇ ਨੇ ਜਿਹੜੇ ਲੋਕਾਂ ਨੂੰ ਇਸ ਤਰ੍ਹਾਂ ਕੱਢਿਆ ਗਿਆ ਦੇਸ਼ ਨਿਕਾਲਾ ਕਹਿ ਲਈਏ ਜਾਂ ਉੱਥੋਂ ਉਹਨਾਂ ਦੀ ਕੈਂਸਲ ਕਰਕੇ PR ਵਗੈਰਾ। ਤੁਸੀਂ ਕੋਈ ਇਸ ਤਰ੍ਹਾਂ ਦੇ ਕੇਸਿਸ ਨੂੰ ਡੀਲ ਕੀਤਾ ਹੋਵੇ ਜਿਨ੍ਹਾਂ ਨੂੰ ਬਿਲਕੁਲ ਹੁਕਮ ਹੋ ਗਿਆ ਹੋਵੇ, ਆਰਡਰ ਹੋ ਗਿਆ ਕਿ ਤੁਹਾਨੂੰ ਕੱਢ ਦੇਣਾ, ਤੇ ਉਸ ਕੰਡੀਸ਼ਨ ਤੇ ਜਾ ਕੇ ਵੀ ਫਿਰ ਵੀ ਤੁਸੀਂ ਉਹਨਾਂ ਨੂੰ ਇੱਥੇ ਰੱਖਣ ਦੇ ਵਿੱਚ ਕਾਮਯਾਬ ਰਹੇ ਹੋਵੋ? ਹਾਂਜੀ, ਸੋ ਉਹ ਡਿਪੈਂਡ ਕਰਦਾ ਹਰਜਿੰਦਰ ਤੁਹਾਡੀਆਂ ਸਰਕਮਸਟੈਂਸਿਸ ਦੇ ਉੱਤੇ। ਜਿਵੇਂ ਮੌਤ ਕ੍ਰਿਮੀਨੈਲਿਟੀ ਵਾਲੇ ਕੇਸਿਸ ਨਾਲ ਡੀਲ ਕਰਦਾ ਹੈਗਾ। ਹਾਂਜੀ, ਸਰਕਮਸਟੈਂਸਿਸ ਇੱਕ ਗੁੱਡ ਐਗਜ਼ਾਮਪਲ ਦੇਣਾ ਚਾਹੂੰਗਾ। ਇੱਕ lot of criminal past history ਵਿੱਚ ਇੰਡੀਵਿਜੂਅਲ ਇਨਵੋਲਵਡ ਸੀ, ਪਰ ਉਹ ਐਜ਼ ਅ ਯੰਗ ਚਾਈਲਡ ਤਕਰੀਬਨ 9-10 ਸਾਲ ਦੀ ਉਮਰ ਦੇ ਵਿੱਚੋਂ ਆਪਣੇ ਪੇਰੈਂਟਸ ਨਾਲ ਇੱਥੇ ਆਇਆ ਸੀ। ਉਹਨੇ ਹਾਈ ਸਕੂਲ ਵੀ ਨਹੀਂ ਪਾਸ ਕੀਤਾ ਤੇ ਉਹ ਤੋਂ ਬਾਅਦ ਉਹਦਾ ਲੰਬਾ ਕ੍ਰਿਮੀਨਲ ਕੈਰੀਅਰ ਹਾਈ ਸਕੂਲ ਦੇ ਦੌਰਾਨ ਚੱਲਿਆ ਤੇ ਉਸ ਤੋਂ ਬਾਅਦ ਫਾਈਨਲੀ ਉਹ ਹੁਣ ਇਮੀਗ੍ਰੇਸ਼ਨ ਦੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਦਾਇਰੇ 'ਚ ਆ ਗਿਆ ਤੇ ਉਹਦੇ ਖਿਲਾਫ ਰਿਮੂਵਲ ਆਰਡਰ ਇਸ਼ੂ ਹੋ ਗਿਆ। ਪਰ ਉਹ ਕੇਸ ਦੇ ਵਿੱਚੋਂ ਸਰਕਮਸਟੈਂਸਿਸ ਇਹ ਨੇ ਕਿ ਉਹਦਾ ਕੋਈ ਵੀ ਪਰਿਵਾਰ ਦਾ ਮੈਂਬਰ ਇੰਡੀਆ ਦੇ ਵਿੱਚ ਨਹੀਂ ਰਹਿੰਦਾ ਹੈਗਾ। ਉਹਦੇ ਸਾਰੇ ਪਰਿਵਾਰ ਦੇ ਮੈਂਬਰ ਇੱਥੇ ਰਹਿੰਦੇ ਨੇ, ਉਹਦੇ ਚਾਚੇ ਤਾਏ ਵੀ ਇੱਥੇ ਰਹਿੰਦੇ ਆ। ਸੋ ਕੋਈ ਅੰਕਲਸ, ਆਂਟੀਜ਼, ਕਜ਼ਨਸ, ਨੈਫਿਊ, ਨੀਸਿਸ ਕੋਈ ਵੀ ਉੱਥੇ ਨਹੀਂ ਰਹਿੰਦਾ। ਹੁਣ ਇਹ ਕੇਸ ਦੇ ਵਿੱਚੋਂ ਇਹ ਸਭ ਤੋਂ ਵੱਡਾ ਮਿਟੀਗੇਟਿੰਗ ਫੈਕਟਰ ਹੈਗਾ ਉਹ ਕੇਸ ਦੇ ਵਿੱਚੋਂ ਕਿ ਉਹ ਬੰਦਾ 10 ਸਾਲ ਦੀ ਉਮਰ 'ਚ ਇੱਥੇ ਆਇਆ, ਜੇ ਉਹਨੂੰ ਹੁਣ ਭੇਜਤਾ ਉੱਥੇ ਜਦ ਕਿ ਉਹ 25-30 ਸਾਲ ਉਮਰ ਹੋ ਚੁੱਕੀ ਹੈ, ਜਦੋਂ ਕਿ ਕਦੇ ਇੰਡੀਆ ਵੀ ਨਹੀਂ ਗਿਆ ਤੇ ਉਹ ਤੋਂ ਬਾਅਦ ਉੱਥੋਂ ਕੋਈ ਪਰਿਵਾਰ ਵੀ ਨਹੀਂ ਹੈਗਾ, ਤੇ ਉੱਥੇ ਜਾ ਕੇ ਆਪਣੇ ਨੂੰ ਐਸਟੈਬਲਿਸ਼ ਕਿਵੇਂ ਕਰੂਗਾ? ਠੀਕ ਹੈ, ਨਾ ਤਾਂ ਉਹਦੀਆਂ ਲੈਂਗੁਏਜ ਸਕਿੱਲਸ ਨੇ, ਹਾਈ ਸਕੂਲ ਉਹਨੇ ਨਹੀਂ ਪਾਸ ਕਰਿਆ ਹੈਗਾ। ਹਾਂਜੀ, ਉਹਦੇ ਤੇ ਸਰਟਨਲੀ ਇਹ ਕੰਡੀਸ਼ਨਸ ਨੇ ਜਿਹੜੀਆਂ ਵੀ ਤੂੰ 2 ਸਾਲ ਚੰਗਾ ਸ਼ਹਿਰੀ ਬਣ ਕੇ ਦਿਖਾ, ਆਪਦਾ ਨੌਕਰੀ ਕਰਦਾ ਰਹੇ, ਕਿ ਦੁਬਾਰੇ ਕ੍ਰਿਮੀਨਲ ਐਕਟੀਵਿਟੀ 'ਚ ਨਾ ਇਨਵੋਲਵ ਹੋ, ਉਹ ਕੰਡੀਸ਼ਨਸ ਲਾ ਕੇ ਉਹਨੂੰ ਸੇਵ ਹੋਇਆ। ਪਰ ਜੋ ਰੀਓਫੈਂਡ ਕਰ ਲੂਗਾ ਦੁਬਾਰੇ, ਹਾਂਜੀ, ਤਾਂ ਫਿਰ ਉਹਦਾ ਬਚਣ ਦਾ ਕੋਈ ਚਾਂਸ ਨਹੀਂ ਰਹਿੰਦਾ ਹੈ। ਸੋ 905-670-4444 ਗੁਰਪ੍ਰੀਤ ਖਹਿਰਾ ਹੋਰਾਂ ਦੇ ਨਾਲ ਗੱਲ ਕਰਨ ਦੇ ਲਈ ਫੋਨ ਨੰਬਰ ਤੇ। ਗੁਰਪ੍ਰੀਤ ਜੀ, ਜਿਹੜੇ ਇੱਥੇ ਹੁਣ ਵਰਕ ਪਰਮਿਟ ਤੇ ਜਾਂ ਵਿਜ਼ਟਰ ਵੀਜ਼ੇ ਤੇ ਜਾਂ ਸਟੱਡੀ ਪਰਮਿਟ ਦੇ ਉੱਪਰ ਜਿਹੜੇ ਲੋਕ ਆਏ ਹੋਏ ਨੇ, ਥੋੜ੍ਹਾ ਜਿਹਾ ਉਹਨਾਂ ਲਈ ਕੋਈ ਖਾਸ ਮੇਜਰ ਟਿਪਸ 1.5 ਮਿੰਟ ਦੇ ਵਿੱਚ? ਜੀ ਬਿਲਕੁਲ। ਸੋ ਜੇ ਉਹਨਾਂ ਨੂੰ ਦੌਰਾਨ ਜਿਹੜਾ ਉਹਨਾਂ ਦੇ ਟ੍ਰਾਂਜ਼ੀਸ਼ਨ ਟੁਵਰਡਸ ਪਰਮਾਨੈਂਟ ਰੈਜ਼ੀਡੈਂਸ ਦੇ ਦੌਰਾਨ ਕ੍ਰਿਮੀਨੈਲਿਟੀ ਹੋ ਜਾਂਦੀ ਹੈ, ਤਾਂ ਜਿਹੜਾ ਉਹਨਾਂ ਦਾ ਜੇ ਸਟੇਟਸ, ਜੇ ਉਹਨਾਂ ਦਾ ਸਟੱਡੀ ਪਰਮਿਟ ਐਕਸਪਾਇਰ ਹੋ ਰਿਹਾ ਹੈਗਾ, ਤਾਂ ਉਹਨਾਂ ਨੂੰ ਅੱਗੇ ਸਟੱਡੀ ਪਰਮਿਟ ਨਹੀਂ ਮਿਲੂਗਾ ਜਦੋਂ ਤੱਕ ਡਿਸਪੋਜੀਸ਼ਨ ਨਹੀਂ ਹੋ ਜਾਂਦੀ, ਤੇ ਨਾ ਹੈ ਉਹਨਾਂ ਨੂੰ ਅੱਗੇ ਜੇ ਉਹ ਵਰਕ ਪਰਮਿਟ ਡਿਮਾਂਡ ਕਰ ਉਹ ਨਹੀਂ ਮਿਲੂਗਾ ਉਹਨਾਂ ਨੂੰ। ਠੀਕ ਹੈ, ਸੋ ਉਹ ਕੇਸ ਦੇ ਵਿੱਚੋਂ ਉਹ ਨਾ ਸਟੱਡੀ ਪਰਮਿਟ ਲਈ ਅਪਲਾਈ ਕਰ ਸਕਦੇ ਨੇ, ਨਾ ਪਰਮਾਨੈਂਟ ਰੈਜ਼ੀਡੈਂਸ ਲਈ ਅਪਲਾਈ ਕਰ ਸਕਦੇ ਨੇ, ਕਿਉਂਕਿ ਕੋਰਟ ਨੇ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਦੇਸ਼ ਛੱਡ ਕੇ ਨਹੀਂ ਜਾ ਸਕਦੇ। ਜਦੋਂ ਇਹ ਮਾਮਲੇ ਦਾ ਫੈਸਲਾ ਨਾ ਹੋ ਜਾਏ ਤਾਂ ਉਹਨਾਂ ਨੂੰ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਤੇ ਮਿਲ ਸਕਦਾ ਹੈਗਾ, ਤਾਂ ਕਿ ਉਹ ਇੱਥੇ ਰਹਿ ਕੇ ਆਪਦਾ ਗੁਜ਼ਰ ਬਸਰ ਕਰ ਸਕਣ। ਜੀ ਦੇਸ਼ ਛੱਡ ਕੇ ਤਾਂ ਜਾ ਨਹੀਂ ਸਕਦੇ ਤੇ ਉਹ ਰੋਟੀ ਕਿੱਥੋਂ ਖਾਣਗੇ? ਬਿਨਾਂ ਇਜਾਜ਼ਤ ਦੇ ਕੰਮ ਨਹੀਂ ਕਰ ਸਕਦੇ ਹੈਗੇ। ਸੋ ਉਹਨਾਂ ਕੇਸਿਸ ਦੇ ਵਿੱਚ ਉਹ ਪੋਸੀਬਿਲਿਟੀ ਹੈ, ਤੇ ਉਹਨਾਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਨਾਂ ਦੀ ਕਨਵਿਕਸ਼ਨ ਨਾ ਹੋਵੇ। ਤੇ ਦੂਜਾ, ਜੇ ਉਹਨਾਂ ਦੀ ਕਨਵਿਕਸ਼ਨ ਹੋ ਜਾਂਦੀ ਹੈ, ਮੰਨ ਲਓ ਹਾਂਜੀ ਆਪਾਂ ਐਗਜ਼ਾਮਪਲ ਲਾਈਏ ਕਿ ਬਾਰਡਲੀ ਹਾਰਮ ਕਰਕੇ ਹੋ ਗਈ, ਕਿਸੇ ਨੂੰ ਕੁੱਟਿਆ ਮਾਰਿਆ, ਤੇ ਦੂਜਾ ਉਹਨਾਂ ਦਾ ਹੀ ਪਾਰਟਨਰ ਹੈਗਾ, ਸਪਾਊਸ ਆ ਉਹਨਾਂ ਦਾ, ਤਾਂ ਉਹਦੀ ਇਮੀਗ੍ਰੇਸ਼ਨ ਵੀ ਨਹੀਂ ਹੋਊਗੀ ਅੰਟਿਲ ਅਨਲੈਸ ਡਿਵੋਰਸ ਨਹੀਂ ਹੋ ਜਾਂਦਾ ਹੈਗਾ। ਸੋ ਇਹ ਮਾਮਲੇ ਨੇ ਜਿਹੜੇ ਮੈਂ ਕਈ ਵਾਰੀ ਦੇਖਦਾ ਕਿ ਲੋਕ ਸਪਰਟ ਆਫ ਮੂਵਮੈਂਟ 'ਚ ਪੁਲਿਸ ਨੂੰ ਕਾਲ ਕਰ ਦਿੰਦੇ ਆ ਜੀ, ਕਾਲ ਕਰਕੇ ਉਹ ਤੋਂ ਬਾਅਦ ਉਹਨੂੰ ਚਾਰਜ ਕਰ ਦਿੰਦੇ, ਬਾਅਦ 'ਚ ਬਹੁਤ ਪਛਤਾਵਾ ਹੁੰਦਾ ਹੈ ਕੀ ਹੋ ਗਿਆ, ਕਿਵੇਂ ਹੋ ਗਿਆ। ਪਰ ਉਹ ਸਰਕਮਸਟੈਂਸਿਸ ਦੇ ਵਿੱਚੋਂ ਜਿੰਨਾ ਸੂਨ ਉਹਨੂੰ ਹੈਂਡਲ ਕਰ ਲਿਆ ਜਾਵੇ ਉਨਾ ਹੀ ਬੈਟਰ ਹੈਗਾ। ਜੇ ਤੁਹਾਨੂੰ ਕਨਵਿਕਸ਼ਨ ਹੋ ਗਈ, ਉਹ ਤੋਂ ਬਾਅਦ ਫਿਰ ਤੁਹਾਡਾ ਕੋਈ
ਬਚਣ ਦਾ ਤਰੀਕਾ ਨਹੀਂ ਬਚਦਾ ਹਰਜਿੰਦਰ। ਸੋ 905 601 1350 ਵੈਸੇ ਸਾਡੇ ਸੈਗਮੈਂਟ ਦਾ ਹੁਣ ਟਾਈਮ ਓਵਰ ਹੋ ਗਿਆ, ਪਰ ਇੱਕ ਕਾਲ ਲੈ ਲੈਂਦੇ ਆ ਤੇ ਫਿਰ ਗੱਲਬਾਤ ਖਤਮ ਕਰ ਦਿੰਦੇ, ਪਰ ਕਾਲ ਤੋਂ ਪਹਿਲਾਂ ਸਿਰਫ 8 ਸੈਕਿੰਡ ਦੇ ਲਈ ਸਟੇਸ਼ਨ ਆਈਡੀ ਸਾਂਝੀ ਕਰਕੇ ਤੇ ਫਿਰ ਕਾਲ ਲੈਂਦੇ ਆ। You're listening to CIRF 1350 AM Brampton, Radio Humsafar. ਜੀ ਦੋਸਤੋ 1350 AM ਤੇ ਰੇਡੀਓ ਹਮਸਫਰ ਤੇ ਹਰਜਿੰਦਰ ਗਿੱਲ ਸ਼ੋਅ ਦੇ ਨਾਲ ਤੁਸੀਂ ਜੁੜੇ ਹੋਏ ਹੋ। ਸਮਾਂ ਇਸ ਵੇਲੇ 4 ਵੱਜ ਚੁੱਕੇ ਨੇ ਤੇ ਇਹ ਲਾਸਟ ਕਾਲ ਲਵਾਂਗੇ ਗੁਰਪ੍ਰੀਤ ਖਹਿਰਾ ਹੋਰਾਂ ਦੇ ਨਾਲ ਸਾਡੀ ਜਿਹੜੀ ਗੱਲਬਾਤ ਚੱਲ ਰਹੀ ਉਹਦੇ ਵਿੱਚ। ਹਾਂਜੀ, ਤੁਸੀਂ ਆਉਂਦੇ ਰਹੋ ਜੀ। ਹੈਲੋ ਭਾਈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਖਹਿਰਾ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸਰ ਜੀ ਇਹ ਕਹਿਣਾ ਚਾਹੁੰਦਾ ਜੀ, ਖਹਿਰਾ ਸਾਹਿਬ ਕੋ ਮੈਂ ਵੀ 2 ਵਾਰੀ ਗਿਆ ਜੀ, ਬਹੁਤ ਹੀ ਚੰਗੇ ਇਨਸਾਨ ਨੇ ਤੇ ਬਹੁਤ ਹੀ ਚੰਗੀ ਰਾਜ ਦਿੰਦੇ ਆ, ਕੋਈ ਲਾਲਚ ਨਹੀਂ ਕਰਦੇ, ਜੋ ਸੱਚ ਹੈਗਾ ਬਿਲਕੁਲ ਟਰੂ ਤੁਹਾਡੇ ਸਾਹਮਣੇ ਰੱਖਦੇ। ਇੰਨਾ ਕਹਿਣਾ ਚਾਹੁੰਦਾ ਜੀ, ਬਹੁਤ ਵਧੀਆ ਇਨਸਾਨ ਹੈਗੇ ਜੀ। ਬੜੀ ਮਿਹਰਬਾਨੀ ਸਰ, ਧੰਨਵਾਦ ਜੀ, ਸ਼ੁਕਰੀਆ ਸਰ ਇਸ ਤਰ੍ਹਾਂ ਦੇ ਵਿਚਾਰਾਂ ਦੇ ਲਈ ਤੁਹਾਡਾ ਧੰਨਵਾਦ। ਤੇ ਗੁਰਪ੍ਰੀਤ ਜੀ, ਸਾਡੀ ਵੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਜਦੋਂ ਇੱਥੇ ਕੋਈ ਗੱਲਬਾਤ ਕਰੀਏ ਔਰ ਜਾਂਦੇ ਜਾਂਦੇ ਇੱਕ ਡਿਸਕਲੋਜ਼ਰ ਦੇ ਦਈਏ ਵੀ ਕਿ ਸਾਡੀ ਇੱਥੇ ਕੀਤੀ ਹੋਈ ਗੱਲਬਾਤ ਨੂੰ ਬੇਸ ਬਣਾ ਕੇ ਕੋਈ ਫੈਸਲਾ ਨਾਲ ਕੀਤਾ ਜਾਵੇ। ਪਹਿਲਾਂ ਅੱਗੇ ਸਲਾਹ ਮਸ਼ਵਰਾ ਕਰੋ ਜੀ। ਤੇ ਗੁਰਪ੍ਰੀਤ ਹੋਰਾਂ ਨੂੰ ਸਟੂਡੀਓ ਇਹਨਾਂ ਦੇ ਆਫਿਸ ਦੇ ਵਿੱਚ ਜਾ ਕੇ ਮਿਲਣ ਦੇ ਲਈ, ਅਪਾਇੰਟਮੈਂਟ ਬਣਾਉਣ ਦੇ ਲਈ ਇਸ ਵੇਲੇ ਤੁਸੀਂ ਇਹਨਾਂ ਨੂੰ 905 670 4444 905 670 4444 ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਸਰ ਕੁਝ ਹੋਰ ਕਹਿਣਾ ਹੋਵੇ? ਪਹਿਲਾਂ ਤਾਂ ਰੱਬ ਕਰੇ ਜੀ ਕੋਈ ਕ੍ਰਿਮੀਨੈਲਿਟੀ 'ਚ ਇਨਵੋਲਵ ਨਾ ਹੋਵੇ, ਪਰ ਜੇ ਤੁਸੀਂ ਨਾਨ ਸਿਟੀਜ਼ਨ ਹੋ ਤੇ ਇਨਵੋਲਵ ਹੋ ਗਏ ਹੋ ਤੇ ਤੁਹਾਡਾ ਬਿਫੋਰ ਤੁਸੀਂ ਕੋਈ ਫੈਸਲਾ ਕਰਦੇ ਹੋ ਆਪਣੇ ਗਿਲਟੀ ਪਲੀ ਕਰਨ ਲਈ ਜਾਂ ਕੁਝ ਵੀ ਕਰਨ ਲਈ, ਉਹ ਤੋਂ ਪਹਿਲਾਂ ਆ ਕੇ ਇਮੀਗ੍ਰੇਸ਼ਨ ਕੌਨਸੀਕੁਐਂਸਿਸ ਬਾਰੇ ਜ਼ਰੂਰ ਵਿਚਾਰ ਕਰੋ ਜੀ, ਕਿਉਂਕਿ ਮੈਂ ਅਕਸਰ ਇਹੋ ਜਿਹੇ ਕੇਸਿਸ ਦੇਖਦਾ ਜਿੱਥੇ ਇੰਡੀਵਿਜੂਅਲ ਗਿਲਟੀ ਪਲੀ ਕਰ ਲੈਂਦਾ ਹੈ ਤੇ ਉਹ ਤੋਂ ਬਾਅਦ ਫਿਰ ਉਹਦੇ ਲਈ ਆਪਸ਼ਨਸ ਨਹੀਂ ਬਚਦੀਆਂ ਹੈਗੀਆਂ ਨੇ। ਠੀਕ ਹੈ ਜੀ। 905 670 4444 905 670 4444 ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਅੱਜ ਦਾ ਸਾਡਾ ਜਿਹੜਾ ਟੌਪਿਕ ਸੀ, ਇਹਦੇ ਵਿੱਚ ਮਕਸਦ ਸਾਡਾ ਗੱਲ ਕਰਨ ਦਾ ਇਹ ਸੀ ਵੀ ਕਈ ਵਾਰ ਅਸੀਂ ਸੋਚੀਦਾ ਕਿ ਲਓ ਜੀ ਕੈਨੇਡਾ 'ਚ ਆ ਗਏ ਤਾਂ ਹੁਣ ਤਾਂ ਬਸ ਜੋ ਮਰਜ਼ੀ ਜਿੱਦਾਂ ਮਰਜ਼ੀ ਚੱਲੇਗਾ। ਅਸੀਂ ਸੱਭਿਅਕ ਤਰੀਕੇ ਦੇ ਨਾਲ, ਡੀਸੈਂਟ ਤਰੀਕੇ ਦੇ ਨਾਲ ਕਾਨੂੰਨਾਂ ਨੂੰ ਫੋਲੋ ਕਰਦੇ ਹੋਏ ਇੱਥੇ ਜਿੰਨਾ ਮਰਜ਼ੀ ਜਿੱਦਾਂ ਦਾ ਮਰਜ਼ੀ ਕੰਮ ਕਰੀਏ, ਉਹਦੇ 'ਤੇ ਕੋਈ ਰੋਕ ਟੋਕ ਨਹੀਂ ਹੈ। ਪਰ ਜੇ ਕੋਈ ਪੁੱਠਾ ਕੰਮ ਕਰਦਾ ਤਾਂ ਉਹਦੇ ਲਈ ਜਿਹੜੀਆਂ ਇਸ ਤਰ੍ਹਾਂ ਦੀਆਂ ਸਜ਼ਾਵਾਂ ਨੇ, ਕਈ ਵਾਰ ਫਿਰ ਤੁਸੀਂ ਦੇਖਿਆ ਹੋਣਾ ਕਿ ਪਰਿਵਾਰਾਂ ਦੇ ਪਰਿਵਾਰ ਬਰਬਾਦ ਹੁੰਦੇ ਵੀ ਆਪਾਂ ਦੇਖੇ ਨੇ। ਸੋ ਰੱਬ ਕਰੇ ਕਦੀ ਇੱਦਾਂ ਦੀ ਨੌਬਤ ਨਾ ਆਵੇ। ਸੋ ਬਹੁਤ ਮਿਹਰਬਾਨੀ ਸਰ, ਥੈਂਕ ਯੂ ਸੋ ਮਚ। ਸੋ ਦੋਸਤੋ, ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋਅ ਤੇ ਹੁਣ ਸਟੇਸ਼ਨ ਦੇ ਕੁਝ ਮੈਸੇजेस ਤੇ ਫਿਰ ਅਗਲੇ ਸੈਗਮੈਂਟ ਦੇ ਵਿੱਚ, ਅਗਲੇ ਹਿੱਸੇ ਦੇ ਵਿੱਚ ਦੁਬਾਰਾ ਜੁੜਦੇ ਹਾਂ। ਇਸ ਤਰ੍ਹਾਂ ਹੀ ਜੁੜੇ ਰਹੋ 1350 AM ਤੇ ਹਰਜਿੰਦਰ ਗਿੱਲ ਸ਼ੋਅ ਦੇ ਨਾਲ। For all the latest updates, please subscribe G Media Group and press the bell icon.